ਸਤਿ ਸ਼੍ਰੀ ਅਕਾਲ ਜੀ, ਮੈਂ ਰਣਬੀਰ ਸਿੰਘ ਰਾਣਾ। ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸ਼ਰਾਬ ਫੈਕਟਰੀਆਂ ਦੀ ਨਿਗਰਾਨੀ ਦੇ ਲਈ ਅਧਿਆਪਕਾਂ ਦੀ ਡਿਊਟੀ ਲਾ ਦਿੱਤੀ ਗਈ ਹੈ। ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ। ਨਾਲ ਆਰਡਰਾਂ ਦੀ ਕਾਪੀ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਵੱਲੋਂ ਇਹ ਜਾਰੀ ਕੀਤੀ ਗਈ ਹੈ ਕਿ ਅਧਿਆਪਕ ਹੁਣ ਸ਼ਰਾਬ ਦੀ ਨਿਗਰਾਨੀ ਕਰਨਗੇ। ਪਿਛਲੇ ਦਿਨਾਂ ਦੇ ਦੌਰਾਨ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਸ਼ਰਾਬ ਨੂੰ ਲੈ ਕੇ ਵੱਡੇ ਪੱਧਰ ਤੇ ਚਾਹੇ ਮੁੱਖ ਸਕੱਤਰ ਹੋਣ ਚਾਹੇ ਮੰਤਰੀ ਹੋਣ ਆਪਸ ਦੇ ਵਿੱਚ ਭਿੜ ਗਏ ਸਨ। ਪਰ ਹੁਣ ਨਵਾਂ ਫਰਮਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਜਿਹੜੇ ਸ਼ਰਾਬ ਦੀਆਂ ਫੈਕਟਰੀਆਂ ਨੇ ਉਹਨਾਂ ਦੀ ਨਿਗਰਾਨੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧਿਆਪਕ ਕਰਨਗੇ। ਪਹਿਲਾਂ ਤੁਹਾਨੂੰ ਇਹ ਜੋ ਹੁਕਮ ਜਾਰੀ ਹੋਏ ਨੇ ਉਹਨਾਂ ਬਾਰੇ ਦੱਸਦੇ ਹਾਂ, ਫਿਰ ਤਰਤੀਬ ਦੇ ਨਾਲ ਦੱਸਾਂਗੇ ਕਿ ਕੁਝ ਹੁਣ ਤੱਕ ਹੋਇਆ ਕਿ ਕਿਉਂ ਇਹ ਫੈਸਲਾ ਸਰਕਾਰ ਨੇ ਲਿਆ ਹੈ, ਕਿਉਂ ਲਿਆ, ਕੀ ਅਧਿਆਪਕ ਵਿਹਲੇ ਨੇ ਇਸ ਕਰਕੇ ਅਧਿਆਪਕਾਂ ਦੀ ਡਿਊਟੀ ਕਿ ਚਲੋ ਠੀਕ ਹੈ ਕਿ ਹੁਣ ਸਕੂਲ ਹਾਲੇ ਬੰਦ ਨੇ, ਹਾਲੇ ਅਧਿਆਪਕਾਂ ਤੋਂ ਸ਼ਰਾਬ ਦੀ ਨਿਗਰਾਨੀ ਕਰਾ ਲਈ ਜਾਵੇ, ਇਸ ਕਰਕੇ ਇਹ ਫੈਸਲਾ ਲਿਆ ਗਿਆ। ਵੱਡੇ ਪੱਧਰ ਤੇ ਵਿਰੋਧ ਵੀ ਹੋ ਰਿਹਾ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਕੀ ਠੀਕ ਹੈ ਕਿ ਜੇ ਸਰਕਾਰ ਤਨਖਾਹਾਂ ਦਿੰਦੀ ਹੈ ਤਾਂ ਕੋਈ ਵੀ ਕੰਮ ਲੈ ਸਕਦੀ ਹੈ? ਜੇ ਅਧਿਆਪਕ ਪਹਿਲਾਂ ਪੜ੍ਹਾਉਂਦੇ ਹੋਣ ਤਾਂ ਹੁਣ ਉਹ ਸ਼ਰਾਬ ਦੀ ਨਿਗਰਾਨੀ ਵੀ ਕਰ ਸਕਦੇ ਨੇ। ਪਹਿਲਾਂ ਹੁਕਮ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੀ ਨੇ। ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਤੋਂ ਇਹ ਹੁਕਮ ਜਾਰੀ ਹੁੰਦੇ ਨੇ ਕਿ ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਅਲਕੋਹਲ ਦੀ ਸਪਲਾਈ ਦੀ ਨਿਗਰਾਨੀ ਰੱਖਣ ਲਈ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਮਿਤੀ 21 ਮਈ ਤੋਂ ਅਧਿਕਾਰੀਆਂ ਕਰਮਚਾਰੀਆਂ ਨੂੰ ਬਤੌਰ ਸਪੈਸ਼ਲ ਕਾਰਜਕਾਰੀ ਮੈਜਿਸਟ੍ਰੇਟਾਂ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ। ਇਸ ਕੰਮ ਲਈ ਤਹਿਸੀਲਦਾਰ ਬਟਾਲਾ ਨੂੰ ਬਤੌਰ ਨੋਡਲ ਅਫਸਰ ਲਗਾਇਆ ਜਾਂਦਾ ਹੈ। ਇਹ ਸਪੈਸ਼ਲ ਕਾਰਜਕਾਰੀ ਮੈਜਿਸਟ੍ਰੇਟ ਰੋਜ਼ਾਨਾ ਸਵੇਰੇ 9:30 ਵਜੇ ਜੋ ਇਹ ਪਰਫਾਰਮਾ ਤੁਹਾਨੂੰ ਦਿਖ ਰਿਹਾ ਹੈ ਉਸ ਦੇ ਵਿੱਚ ਦਰਸਾਏ ਅਨੁਸਾਰ ਰਿਪੋਰਟ ਤਹਿਸੀਲਦਾਰ ਨੂੰ ਦੇਣਗੇ। ਤਹਿਸੀਲਦਾਰ ਬਟਾਲਾ ਇਹਨਾਂ ਸਪੈਸ਼ਲ ਕਾਰਜਕਾਰੀ ਮੈਜਿਸਟਰਾਂ ਪਾਸੋਂ ਪ੍ਰਾਪਤ ਹੋਈ ਰਿਪੋਰਟ ਨੂੰ ਕੰਪਾਈਲ ਕਰਨ ਉਪਰੰਤ 10:30 ਵਜੇ ਜੋ WhatsApp ਨੰਬਰ ਹੈ ਡਿਪਟੀ ਕਮਿਸ਼ਨਰ ਦਫ਼ਤਰ ਦਾ ਉੱਥੇ ਭੇਜਿਆ ਜਾਵੇਗਾ। ਅਣਗਹਿਲੀ ਹੋਈ ਤਾਂ IPC ਐਕਟ ਦੀ ਧਾਰਾ 188 ਤਹਿਤ ਕਾਰਵਾਈ ਵੀ ਹੋਵੇਗੀ। ਹੁਣ ਇਹਦੇ ਵਿੱਚ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਇਹ ਡਿਊਟੀ ਲਾਈ ਗਈ ਹੈ ਜੀ ਹਰਦੀਪ ਸਿੰਘ ਦੀ ਤੇ ਇਸੇ ਤਰ੍ਹਾਂ ਜੈਮਲ ਸਿੰਘ ਜਿਹੜੇ GSSS ਇਹ ਪਿੰਡਾਂ ਦੇ ਨਾਮ ਨੇ, ਭੀਲਾ ਭਾਜੂ ਹੈ, ਕਿਨ ਅਫਗਾਨਾ ਹੈ। ਇਸੇ ਤਰ੍ਹਾਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਦੇ ਸਤਨਾਮ ਸਿੰਘ ਦੀ ਡਿਊਟੀ ਲਾਈ ਗਈ ਹੈ। ਤਰਪਿੰਦਰਪਾਲ ਸਿੰਘ ਦੀ ਡਿਊਟੀ ਲਾਈ ਗਈ ਹੈ। ਇਸੇ ਤਰ੍ਹਾਂ ਗੌਰਮੈਂਟ ਹਾਈ ਸਕੂਲ 5 ਗਰਾਈਆਂ ਦੇ ਰਾਜੀਵ ਕੁਮਾਰ ਦੀ ਡਿਊਟੀ ਲਾਈ ਗਈ ਹੈ। ਇਹਦੇ ਨਾਲ ਮੋਬਾਈਲ ਨੰਬਰ ਵੀ ਜਿਹੜੇ ਨੇ, ਡਿਊਟੀ ਦਾ ਟਾਈਮ ਵੀ ਹੈ ਕਿ ਸਵੇਰੇ 6 ਵਜੇ ਤੋਂ 2 ਵਜੇ ਤੱਕ ਤੁਹਾਡੀ ਡਿਊਟੀ ਹੋਣੀ ਹੈ। ਇਸੇ ਤਰੀਕੇ ਦੇ ਨਾਲ ਹਰਚੋਵਾਲ ਦੇ ਲਖਵਿੰਦਰ ਸਿੰਘ ਅਧਿਆਪਕ ਦੀ ਡਿਊਟੀ ਲਾਈ ਗਈ ਹੈ। ਆਕਾਸ਼ਦੀਪ ਸਿੰਘ ਦੀ ਡਿਊਟੀ ਲਾਈ ਗਈ ਹੈ। ਹਰਵਿੰਦਰਜੀਤ ਸਿੰਘ ਦੀ ਡਿਊਟੀ ਲਾਈ ਗਈ ਹੈ। ਜਿੰਨੇ ਵੀ ਨਾਮ ਤੁਹਾਨੂੰ ਮੈਂ ਦੱਸ ਰਿਹਾ ਇਹਨਾਂ ਦੀ ਡਿਊਟੀ ਲਾਈ ਗਈ ਹੈ ਕਿ ਤੁਸੀਂ ਨਿਗਰਾਨੀ ਕਿਤੇ ਕਰਨੀ ਹੈ। ਕਿਸੇ ਨੇ ਨਿਗਰਾਨੀ ਕਰਨੀ ਹੈ ਜੀ ਪੰਜਾਬ ਕਿੰਗ ਵਿਸਕੀ ਤੇ, ਕਿਸੇ ਨੇ ਕਰਨੀ ਹੈ ਰਸ ਭਰੀ ਤੇ ਕਿਸੇ ਨੇ ਕਰਨੀ ਹੈ ਰੌਕਬਰਗ ਤੇ, ਕਿਸੇ ਨੇ ਹਾਈਵਰਡਸ ਤੇ, ਕਿਸੇ ਨੇ ਬਲੈਕ ਮੌਨਕੀ ਤੇ। ਇਸ ਤਰ੍ਹਾਂ ਸ਼ਰਾਬ ਦੇ ਨਾਮ ਨੇ ਤੇ ਨਾਲ ਅਧਿਆਪਕਾਂ ਦੇ ਨਾਮ ਨੇ, ਨਾਲ ਮੋਬਾਈਲ ਨੰਬਰ ਵੀ ਨੇ ਕਿ ਤੁਸੀਂ ਨਿਗਰਾਨੀ ਕਿਹੜੀ ਕਰਨੀ ਹੈ, ਕਿੱਥੇ ਕਰਨੀ ਹੈ। ਵੱਡੀ ਗੱਲ ਤੁਹਾਨੂੰ ਦੱਸ ਰਿਹਾ ਕਿ ਅਧਿਆਪਕਾਂ ਦੀਆਂ ਡਿਊਟੀਆਂ ਹੁਣ ਸਰਕਾਰਾਂ ਦੇ ਵੱਲੋਂ ਇਸ ਲਈ ਲਾਈਆਂ ਗਈਆਂ ਨੇ ਕਿ ਉਹ ਸ਼ਰਾਬ ਦੀ ਜਿਹੜੀ ਸਪਲਾਈ ਹੋ ਰਹੀ ਹੈ ਉਸ ਤੇ ਨਿਗਰਾਨੀ ਰੱਖਣ। ਸੋ ਇਹ ਜਿਹੜੇ ਸਹਾਇਕ ਕਮਿਸ਼ਨਰ ਗੁਰਦਾਸਪੁਰ ਦੇ ਵੱਲੋਂ ਆਰਡਰ ਜਾਰੀ ਕੀਤੇ ਗਏ ਨੇ। ਤੁਹਾਨੂੰ ਮੈਂ ਦੱਸ ਵੀ ਦਿੰਦਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਨੂੰ ਭੇਜ ਕੇ ਲਿਖਿਆ ਜਾਂਦਾ ਹੈ ਕਿ ਇਹ ਤਾਇਨਾਤ ਕੀਤੇ ਅਧਿਕਾਰੀਆਂ ਕਰਮਚਾਰੀਆਂ ਨੂੰ ਡਿਊਟੀ ਤੁਰੰਤ ਨੋਟ ਕਰਵਾਈ ਜਾਵੇ। ਉਹਨਾਂ ਦਾ ਡਿਊਟੀ ਦੇ ਸਮੇਂ ਸਿਰ ਹਾਜ਼ਰ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਸ਼ਰਾਬ ਦੀਆਂ ਫੈਕਟਰੀਆਂ ਦੇ ਜਨਰਲ ਮੈਨੇਜਰਾਂ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ। ਇਹ ਅਧਿਆਪਕਾਂ ਦੀ ਡਿਊਟੀ ਲਾਈਆਂ ਗਈਆਂ ਨੇ। ਸੋ ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਤੁਸੀਂ ਸਮਝ ਸਕਦੇ ਹੋ ਕਿ ਠੀਕ ਹੈ ਕਿ ਅਧਿਆਪਕਾਂ ਤੋਂ ਕੋਈ ਵੀ ਡਿਊਟੀ ਕਰਾ ਲਓ, ਕਦੇ ਉਹਨਾਂ ਤੋਂ ਮਰਦਮਸ਼ੁਮਾਰੀ ਕਰਵਾ ਲਓ, ਕਦੇ ਉਹਨਾਂ ਤੋਂ ਵੋਟਾਂ ਬਣਵਾ ਲਓ, ਕੋਈ ਵੀ ਨਾਨ ਟੀਚਿੰਗ ਕੰਮ ਕਰਵਾ ਲਓ। ਪਰ ਹੁਣ ਵੱਡੀ ਗੱਲ ਤਾਂ ਸਾਹਮਣੇ ਆਈ ਹੈ ਕਿ ਸ਼ਰਾਬ ਦੀਆਂ ਫੈਕਟਰੀਆਂ ਦੀ ਨਿਗਰਾਨੀ ਵੀ ਅਧਿਆਪਕ ਕਰਨਗੇ। ਹੋਰ ਦੱਸ ਦਿੰਦੇ ਅੱਗੇ ਕੀ ਕੁਝ ਲਿਖਿਆ ਗਿਆ। ਜ਼ਿਲ੍ਹਾ ਗੁਰਦਾਸਪੁਰ ਦੇ ਸੰਬੰਧਿਤ ਸਕੂਲ ਮੁਖੀਆਂ ਨੂੰ ਸਹਾਇਕ ਕਮਿਸ਼ਨਰ ਜੀ ਵੱਲੋਂ ਪ੍ਰਾਪਤ ਆਦੇਸ਼ਾਂ ਦੀ ਪਾਲਣਾ ਹਿੱਤ ਸੰਬੰਧਿਤ ਕਰਮਚਾਰੀਆਂ ਨੂੰ ਨੋਟ ਕਰਾਉਣ ਉਪਰੰਤ ਉਹਨਾਂ ਨੂੰ ਸਮੇਂ ਸਿਰ ਡਿਊਟੀ ਤੇ ਹਾਜ਼ਰ ਹੋਣ ਲਈ ਪਾਬੰਦ ਕੀਤਾ ਜਾਵੇ। ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਅਣਗਹਿਲੀ ਦੀ ਸੂਰਤ ਵਿੱਚ ਨਿਰੋਲ ਜ਼ਿੰਮੇਵਾਰੀ ਸੰਬੰਧਿਤ ਸਕੂਲ ਮੁਖੀ ਸੰਬੰਧਿਤ ਕਰਮਚਾਰੀ ਦੀ ਹੋਵੇਗੀ। ਆਰਡਰ ਕਿਹਨੇ ਜਾਰੀ ਕੀਤੇ ਨੇ? ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਨੇ। ਸੋ ਹਾਲਾਤ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨੇ ਤੇ ਉਧਰ ਅਧਿਆਪਕਾਂ ਦੀ ਜਥੇਬੰਦੀ ਹੈ ਡੈਮੋਕ੍ਰੈਟਿਕ ਟੀਚਰਸ ਫਰੰਟ DTF
ਉਹਨਾਂ ਦੇ ਵੱਲੋਂ ਇਸ ਦੀ ਨਿਖੇਧੀ ਕੀਤੀ ਗਈ ਹੈ। ਪਹਿਲਾਂ ਜਿਹੜੇ ਦਵਿੰਦਰ ਸਿੰਘ ਪੂਨੀਆ ਨੇ, ਪ੍ਰਧਾਨ ਨੇ ਜਿਹੜੇ DTF ਦੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਵੇਂ ਦੇਖ ਰਹੇ ਨੇ ਉਹ ਇਹਨਾਂ ਹੁਕਮਾਂ ਨੂੰ, ਕਿ ਠੀਕ ਹੈ ਕਿ ਅਧਿਆਪਕ ਜੇਕਰ ਸਕੂਲ ਨਹੀਂ ਜਾ ਰਹੇ ਇਹਨਾਂ ਦਿਨਾਂ ਦੇ ਵਿੱਚ ਤਾਂ ਉਹ ਸ਼ਰਾਬ ਦੀ ਨਿਗਰਾਨੀ ਕਰ ਲੈਣ। ਤੁਸੀਂ ਕਿਵੇਂ ਦੇਖਦੇ ਹੋ ਫੈਸਲੇ ਨੂੰ? ਕੀ ਇਹ ਸਹੀ ਫੈਸਲੇ ਨੇ ਕਿ ਕੋਈ ਵੀ ਡਿਊਟੀ ਅਧਿਆਪਕਾਂ ਤੋਂ ਕਰਵਾ ਲਈ ਜਾਵੇ? ਕੀ ਸ਼ਰਾਬ ਹੁਣ ਇੰਨੀ ਜ਼ਰੂਰੀ ਹੋ ਗਈ ਹੈ ਕਿ ਅਧਿਆਪਕ ਜਿਹੜੇ ਨੇ ਉਹ ਹੁਣ ਸ਼ਰਾਬ ਦੀ ਡਿਊਟੀ ਕਰਨਗੇ, ਸ਼ਰਾਬ ਦੀ ਨਿਗਰਾਨੀ ਕਰਨਗੇ? ਡੈਮੋਕ੍ਰੈਟਿਕ ਟੀਚਰ ਫਰੰਟ ਦੇ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਪੂਨੀਆ ਸਾਹਿਬ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੀਆਂ ਹਦਾਇਤਾਂ, ਜਿਹੜੇ ਹੁਕਮ ਜਾਰੀ ਕੀਤੇ ਗਏ ਨੇ, ਤੁਸੀਂ ਵੀ ਸੁਣ ਲਏ ਹੋਣੇ, ਕਿਵੇਂ ਦੇਖਦੇ ਹੋ ਕਿ ਅਧਿਆਪਕ ਹੁਣ ਸ਼ਰਾਬ ਦੀ ਨਿਗਰਾਨੀ ਕਰਨਗੇ? ਦੇਖੋ ਜੀ, ਇਹ ਬੜਾ ਸਾਫ਼ ਤੇ ਸਪਸ਼ਟ ਹੈ। ਪ੍ਰਸ਼ਾਸਨ ਤੋਂ ਲੈ ਕੇ ਰਾਜ ਦੀ ਜੋ ਨੀਅਤ ਤੇ ਨੀਤੀ ਹੈ ਜੀ, ਸਿੱਖਿਆ ਪ੍ਰਤੀ, ਅਧਿਆਪਕਾਂ ਪ੍ਰਤੀ ਤੇ ਵਿਦਿਆਰਥੀਆਂ ਪ੍ਰਤੀ ਤੇ ਆਮ ਲੋਕਾਂ ਪ੍ਰਤੀ, ਜੀ, ਕਿ ਸਿੱਖਿਆ ਕੋਈ ਦੇਣੀ ਨਹੀਂ ਹੈਗੀ ਲੋਕਾਂ ਨੂੰ। ਜੀ, ਸਿਰਫ ਤੇ ਸਿਰਫ ਸਿੱਖਿਆ ਦੇ ਨਾਮ ਤੇ ਦਿਖਾਵਾ ਕਰਕੇ ਸਿੱਖਿਆ ਤੇ ਅਧਿਆਪਕਾਂ ਦਾ ਜਿਹੜਾ ਹੈ ਵੱਧ ਤੋਂ ਵੱਧ ਉਹ ਜਲੂਸ ਕੱਢਿਆ ਜਾ ਰਿਹਾ ਜੀ। ਤੇ ਤੁਸੀਂ ਵਿਰੋਧ ਕਰਦੇ ਹੋ ਇਸ ਫੈਸਲੇ ਦਾ ਜਾਂ ਠੀਕ ਹੈ ਕਿ ਅਧਿਆਪਕਾਂ ਦੀ ਡਿਊਟੀ ਕਰਾ ਲਈ ਜਾਵੇ? ਹਾਂਜੀ, ਤੁਸੀਂ ਵਿਰੋਧ ਕਰਦੇ ਹੋ ਜਾਂ ਤੁਸੀਂ ਕਹਿੰਦੇ ਹੋ ਕਿ ਇਸ ਤਰ੍ਹਾਂ ਦੀ ਡਿਊਟੀ ਨਹੀਂ ਕਰਵਾਈ ਜਾ ਸਕਦੀ? ਨਹੀਂ, ਨਾ ਕਰਵਾਈ ਜਾ ਸਕਦੀ ਹੈ ਤੇ ਨਾ ਹੀ ਕਰਾਂਗੇ। ਇਸ ਦੇ ਖਿਲਾਫ ਡਟ ਕੇ ਲੜਾਂਗੇ ਹਰ ਕੀਮਤ ਦੇ ਉੱਤੇ। ਇਹ ਅਸੀਂ ਡਿਊਟੀਆਂ ਜਿਹੜੀਆਂ ਵਾਪਸ ਕਰਾਵਾਂਗੇ ਤੇ ਸਰਕਾਰ ਦੇ ਖਿਲਾਫ ਜੀ ਅਸੀਂ ਪੂਰਾ ਰੋਸ ਕਰਾਂਗੇ ਜਥੇਬੰਦਕ ਤੌਰ ਤੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੀਆਂ ਡਿਊਟੀਆਂ ਅਧਿਆਪਕਾਂ ਦੀ ਡਿਊਟੀ ਕਰਾ ਲਈ ਜਾਵੇ। ਹਾਂਜੀ, ਤੁਸੀਂ ਵਿਰੋਧ ਕਰਦੇ ਹੋ ਜਾਂ ਤੁਸੀਂ ਕਹਿੰਦੇ ਹੋ ਕਿ ਇਸ ਤਰ੍ਹਾਂ ਦੀ ਡਿਊਟੀ ਨਹੀਂ ਕਰਵਾਈ ਜਾ ਸਕਦੀ? ਜੀ, ਜੀ। ਪੰਜਾਬ ਜਿਹੜਾ ਅਸੀਂ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜੇ ਉਹਨਾਂ ਦਾ ਤੇ ਅਗਲੇ ਕੁਝ ਮਿੰਟਾਂ ਤੋਂ ਲੈ ਕੇ ਅਗਲੇ ਦਿਨਾਂ 'ਚ ਅਸੀਂ ਇਹਨੂੰ ਸ਼ੁਰੂ ਕਰ ਦੇਣਾ। ਸੋ ਇਸ ਲਈ ਬੇਨਤੀ ਆ ਜੀ ਕਿ ਤੁਹਾਡੇ ਮੀਡੀਆ ਦੇ ਰਾਹੀਂ ਜੀ ਕਿ ਇਹ ਬਹੁਤ ਗਲਤ ਤੇ ਮਾੜੀ ਗੱਲ ਹੈ। ਮੈਂ ਤੁਹਾਨੂੰ ਆਪਣਾ ਜਿਹੜਾ ਰੋਸ ਹੈ ਉਹ ਲਿਖਤੀ ਲੈਟਰ ਪੈਡ ਤੇ ਭੇਜ ਰਿਹਾ, ਜਿਹੜਾ ਕਿ ਅਸੀਂ ਰਾਤ ਦਾ ਜਾਰੀ ਕੀਤਾ ਹੋਇਆ ਹੈ। ਪੂਨੀਆ ਸਾਹਿਬ, ਇਹ ਲੋੜ ਕਿਉਂ ਪਈ? ਤੁਹਾਡੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਵੀ ਆਰਡਰ ਨੇ, ਉਹਨਾਂ ਨੂੰ ਉੱਪਰੋਂ ਆਰਡਰ ਆਏ, ਉਹਨਾਂ ਨੇ ਸਾਰੇ ਅਧਿਆਪਕਾਂ ਨੂੰ ਇਹ ਵੀ ਕਿਹਾ ਗਿਆ ਕਿ ਜੇ ਨਾ ਡਿਊਟੀ ਕੀਤੀ ਤਾਂ ਕਾਰਵਾਈ ਵੀ ਹੋਵੇਗੀ। ਤੇ ਇਹ ਕਾਰਵਾਈ ਜਿਹੜੀ ਠੀਕ ਹੈ, ਇਸ ਕਿਸਮ ਦੀਆਂ ਧਮਕੀਆਂ ਦਾ ਸਾਡੇ ਕੋਲ ਮਸਲਾ ਨਹੀਂ ਹੈਗਾ। ਇਹ ਸਾਡੀਆਂ ਬਦਲੀਆਂ ਕਰਨ, ਸਸਪੈਂਡ ਕਰਨ, ਟਰਮੀਨੇਸ਼ਨਾਂ ਕਰਨ, ਜਿਹੜਾ ਕੁਝ ਕਰਨਾ ਇਹਨਾਂ ਬੜੇ ਖੁਸ਼ੀ ਨਾਲ ਕਰਨ, ਲੇਕਿਨ ਅਸੀਂ ਇਹਦਾ ਵਿਰੋਧ ਕਰਾਂਗੇ। ਅਸੀਂ ਕਿਸੇ ਕੀਮਤ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਉਨੀ ਦੇਰ ਤੱਕ ਅਸੀਂ ਇਹਦੇ ਖਿਲਾਫ ਲੜਾਂਗੇ ਜਿੰਨੀ ਦੇਰ ਇਹ ਡਿਊਟੀਆਂ ਵਾਪਸ ਨਹੀਂ ਹੁੰਦੀਆਂ। ਅਸੀਂ ਸਿੱਖਿਆ ਦਾ, ਅਧਿਆਪਨ ਤੇ ਅਧਿਆਪਕ ਦਾ ਇਸ ਕਿਸਮ ਦਾ ਜਿਹੜਾ ਵਰਤਾਰਾ ਹੈਗਾ ਤੋਹੀਨ ਕਰਨ ਵਾਲਾ, ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਹ ਪੰਜਾਬ ਦੀ ਸਿੱਖਿਆ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ, ਬੱਚਿਆਂ ਦੇ ਨਾਲ ਖਿਲਵਾੜ ਹੈ। ਅਸੀਂ ਕਿਸੇ ਵੀ ਕੀਮਤ ਦੇ ਉੱਤੇ ਗੁਰਦਾਸਪੁਰ ਦੇ ਇਹਨਾਂ ਅਧਿਆਪਕਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਫੋਨ ਤੇ? ਕੀ ਕਹਿ ਰਹੇ ਨੇ ਇਹ ਅਧਿਆਪਕ? ਮੈਂ ਮੇਰੇ ਜ਼ਿਲ੍ਹਾ ਪ੍ਰਧਾਨ ਦੇ ਸਾਡੇ ਜਿਹੜੇ ਟੀਮ ਹੈਗੀ ਗੁਰਦਾਸਪੁਰ ਦੀ, ਉਹਨਾਂ ਦੀ ਡਿਊਟੀ ਲਾ ਚੁੱਕਿਆ ਸਵੇਰੇ 5:30 ਵਜੇ। ਮੈਂ ਕਿਹਾ DC ਦਫ਼ਤਰ ਜਾਓ ਤੇ ਉੱਥੇ ਬੈਠੋ, ਆਪਣਾ ਰੋਸ ਪ੍ਰਦਰਸ਼ਨ ਕਰੋ ਤੇ ਲੋੜ ਪੈਂਦੀ ਆ ਤਾਂ ਦਫ਼ਤਰ ਦਾ ਘਿਰਾਓ ਕਰੋ। ਤੁਹਾਨੂੰ ਲੱਗਦਾ ਕਿ ਕਿਹਨਾਂ ਹਾਲਾਤਾਂ 'ਚ ਫੈਸਲਾ ਲਿਆ ਹੋਣਾ? ਕੀ ਕਾਰਨ ਲੱਗਦੇ ਨੇ ਇਹਦੇ ਪਿੱਛੇ? ਇਹ ਮਜ਼ਾਕ ਬਣਾਇਆ ਹੋਇਆ ਜੀ। ਇਹ ਕਰੋਨਾ ਦੇ ਨਾਂ ਤੇ ਮਾਫੀਆ ਜਿਹੜਾ ਉਸ ਦੀ ਸੇਵਾ ਕੀਤੀ ਜਾ ਰਹੀ ਹੈ। ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਲਤਾੜਿਆ ਜਾ ਰਿਹਾ, ਲੁੱਟਿਆ ਜਾ ਰਿਹਾ। ਮੁਲਾਜ਼ਮਾਂ ਦੇ, ਅਧਿਆਪਕਾਂ ਦੇ ਉੱਤੇ ਕੱਟ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਕਰਕੇ ਸਟੇਟ ਦਾ ਇਹ ਅਸਲੀ ਤੇ ਸਹੀ ਜਿਹੜਾ ਨੰਗਾ ਚਿਹਰਾ ਲੋਕਾਂ ਦੇ ਸਾਹਮਣੇ ਆ ਰਿਹਾ ਤੇ ਇਸ ਕਰਕੇ ਲਾਈਆਂ ਜਾ ਰਹੀਆਂ ਨੇਗੀਆਂ। ਚਲੋ, ਬਹੁਤ ਧੰਨਵਾਦ ਦਵਿੰਦਰ ਸਿੰਘ ਪੂਨੀਆ ਜੀ। ਸੋ ਦਵਿੰਦਰ ਸਿੰਘ ਪੂਨੀਆ DTF ਡੈਮੋਕ੍ਰੈਟਿਕ ਟੀਚਰ ਫਰੰਟ ਦੇ ਪ੍ਰਧਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਅਸੀਂ ਆਪਣਾ ਵਿਰੋਧ ਜਿਹੜਾ ਉਹ ਦਰਜ ਵੀ ਕਰਵਾ ਰਹੇ ਹਾਂ। ਪ੍ਰੋਟੈਸਟ ਕੀਤੇ ਜਾਣਗੇ ਕਿ ਅਧਿਆਪਕ ਜਿਹੜੇ ਨੇ ਉਹ ਇਹ ਡਿਊਟੀ ਨਹੀਂ ਕਰਨਗੇ, ਚਾਹੇ ਸਰਕਾਰ ਜਾਂ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਰ ਲਵੇ। ਸੋ ਵੱਡੀ ਗੱਲ ਇਹ ਹੈ ਕਿ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ। ਹੇਠਾਂ ਕਮੈਂਟ ਜਿਹੜੇ ਉਹ ਵੀ ਲਗਾਤਾਰ ਆ ਰਹੇ ਨੇ ਤੇ ਇਸ ਤਰ੍ਹਾਂ ਦੀ ਡਿਊਟੀ ਜਿਹੜੀ ਹੈ ਉਹ ਕਿਵੇਂ ਅਧਿਆਪਕਾਂ ਤੋਂ ਕਰਵਾਈ ਜਾ ਸਕਦੀ ਹੈ। ਸਾਡੇ ਪੱਤਰਕਾਰ ਜਿਹੜੇ ਅਵਤਾਰ ਸਿੰਘ ਗੁਰਦਾਸਪੁਰ ਤੋਂ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਕੀ ਮਾਹੌਲ ਹੈ ਗੁਰਦਾਸਪੁਰ ਦੇ ਵਿੱਚ, ਖਾਸ ਕਰ ਅਧਿਆਪਕ ਕੀ ਕੁਝ ਕਹਿ ਰਹੇ ਨੇ, ਉਹਨਾਂ ਦਾ ਇਸ ਸੰਬੰਧੀ ਕੀ ਕਹਿਣਾ ਹੈ। ਸੋ ਵੱਡੀ ਗੱਲ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਸ਼ਰਾਬ ਨੂੰ ਲੈ ਕੇ, ਕਿ ਸਭ ਤੋਂ ਵੱਡਾ ਜਿਹੜਾ ਸ਼ਰਾਬ ਤੋਂ ਮਾਲੀਆ ਇਕੱਠਾ ਹੁੰਦਾ ਹੈ, ਰੈਵਨਿਊ ਇਕੱਠਾ ਹੁੰਦਾ, ਇਸ ਕਰਕੇ ਸ਼ਾਇਦ ਲੱਗਦਾ ਹੈ ਸਰਕਾਰਾਂ ਨੂੰ ਕਿ ਇਹ ਜ਼ਰੂਰੀ ਹੈ ਸ਼ਰਾਬ ਦੀ ਨਿਗਰਾਨੀ। ਤੁਹਾਡੇ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਸੀ ਕਿ ਅਸੀਂ ਜਿਹੜੀ ਨਾਜਾਇਜ਼ ਸ਼ਰਾਬ ਹੈ ਉਹਨੂੰ ਰੋਕਾਂਗੇ, ਉਹਦੀ ਸਪਲਾਈ ਨੂੰ ਤੋੜਾਂਗੇ ਤੇ ਇਸ ਲਈ ਪਿਛਲੇ ਦਿਨਾਂ ਦੇ ਵਿੱਚ ਰੇਡਸ ਵੀ ਕੀਤੀਆਂ ਗਈਆਂ ਅਤੇ ਹੁਣ ਜੋ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਹੋਰ ਇੱਕ ਕਦਮ ਵਾਧੇ ਹੋਏ
ਅਧਿਆਪਕਾਂ ਦੀ ਡਿਊਟੀ ਇਸ ਦੇ ਵਿੱਚ ਲਾ ਦਿੱਤੀ ਗਈ ਹੈ। ਅਵਤਾਰ ਸਿੰਘ ਸਾਡੇ ਪੱਤਰਕਾਰ ਗੁਰਦਾਸਪੁਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਅਵਤਾਰ, ਅਪਡੇਟ ਕੀ ਹੈ ਕਿ ਕੁਝ ਹੁਕਮ ਜਾਰੀ ਹੋਏ ਨੇ ਤੇ ਅਧਿਆਪਕ ਕੀ ਕਹਿ ਰਹੇ ਨੇ? ਜੀ ਮੈਂ ਦੱਸ ਦਵਾਂ ਕਿ ਗੁਰਦਾਸਪੁਰ ਦੇ ਵਿੱਚ ਅਧਿਆਪਕਾਂ ਵੱਲੋਂ ਇੱਕ ਜਿਹੜੀ ਚਿੱਠੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਹੁਕਮ ਕੀਤੇ ਗਏ ਆ ਕਿ ਜੋ ਜਿਹੜੇ ਅਧਿਆਪਕ ਨੇ ਉਹ ਜੋ ਫੈਕਟਰੀਆਂ ਨੇ ਸ਼ਰਾਬ ਦੀਆਂ ਉਹਦੇ ਵਿੱਚ ਐਜ਼ ਏ ਡਿਊਟੀ ਮਜਿਸਟਰੇਟ ਡਿਊਟੀ ਨਿਭਾਉਣਗੇ ਤਾਂ ਜੋ ਨਿਗਰਾਨੀ ਰੱਖ ਸਕਣ ਵੀ ਜਿੱਥੇ ਜਿਹੜੀ ਕੋਈ ਜੋ ਸ਼ਰਾਬ ਵਿਕਦੀ ਜਾਂ ਹੋਰ ਕੰਮ ਜੇ ਚੱਲਦੇ ਉਹਦੀ ਨਿਗਰਾਨੀ ਰੱਖ ਸਕਣ। ਜੀ ਹੁਣ ਅਧਿਆਪਕਾਂ ਦਾ ਕੀ ਕਹਿਣਾ, ਕਰਨਗੇ ਉਹ ਡਿਊਟੀ ਜਾਂ ਨਹੀਂ ਕਰਨਗੇ? ਜੀ ਮੈਂ ਦੱਸ ਦਵਾਂ ਵੀ ਅਧਿਆਪਕਾਂ ਦਾ ਸਾਫ਼ ਤੌਰ ਤੇ ਕਹਿਣਾ ਉਹਨਾਂ ਦੀ ਪਹੁੰਚੀ ਜਿਹੜੀ ਡਿਊਟੀ ਉਹਨਾਂ ਦੀ ਆ ਸ਼ਰਾਬ ਦੇ ਠੇਕੇ ਤੇ ਲਗਾਈ ਗਈ ਹੈ। ਤਾਂ 11 ਵਜੇ ਦੇ ਕਰੀਬ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦੇ ਗਾੜੀ ਰੋਸ ਪ੍ਰਦਰਸ਼ਨ ਕਰਨ ਦੇ ਲਈ ਆਪਣੀ ਗੱਲ ਹੈ ਉਹ ਡੀਸੀ ਗਾੜੀ ਰੱਖਣਗੇ। ਜੀ ਬਹੁਤ ਧੰਨਵਾਦ ਅਵਤਾਰ। ਸੋ ਅਧਿਆਪਕ ਜਿਹੜੇ ਨੇ ਉਹ ਸੰਘਰਸ਼ ਦੇ ਰਾਹ ਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀ ਡਿਊਟੀ ਕਦਾਚਿਤ ਨਹੀਂ ਕਰਨਗੇ, ਕਦੇ ਵੀ ਨਹੀਂ ਕਰਨਗੇ। ਪਰ ਤੁਹਾਡੇ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਜਿੱਥੇ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਸਨ ਕਿ ਸ਼ਰਾਬ ਦੀ ਮੁਨਿਆਦੀ ਜਿਹੜੀ ਹੈ ਉਹ ਕਰਵਾਈ ਜਾਵੇ ਧਾਰਮਿਕ ਸਥਾਨਾਂ ਤੋਂ, ਕਿ ਧਾਰਮਿਕ ਸਥਾਨਾਂ ਤੋਂ ਇਹ ਅਨਾਉਂਸਮੈਂਟ ਕਰਾਈ ਜਾਵੇ ਕਿ ਸ਼ਰਾਬ ਦੇ ਠੇਕੇ ਹੁਣ ਖੁੱਲ੍ਹ ਗਏ ਨੇ। ਪਰ ਤੁਸੀਂ ਦੇਖੋ ਕਿ ਹਾਲਾਤ ਕੀ ਨੇ ਇਸ ਵੇਲੇ। ਜਦੋਂ ਮੀਡੀਆ ਦੇ ਵਿੱਚ ਇਹ ਮਾਮਲਾ ਆਇਆ, ਜਦੋਂ ਸਾਡੇ ਵੱਲੋਂ ਇਹ ਖਬਰ ਦਿਖਾਈ ਗਈ ਤਾਂ ਫਿਰ ਉਹ ਆਰਡਰ ਵਾਪਸ ਲੈ ਲਏ ਗਏ। ਸਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਜੁੜੇ ਨੇ, ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਬੁਲਾਰਾ ਨੇ। ਚੀਮਾ ਸਾਹਿਬ, ਡੇਲੀ ਪੋਸਟ ਤੇ ਤੁਸੀਂ ਆਉਂਦੇ ਆ ਰਹੋ ਤੇ ਇਸ ਵੇਲੇ ਅਸੀਂ ਖਬਰ ਨਸ਼ਰ ਕਰ ਰਹੇ ਹਾਂ ਕਿ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਸ਼ਰਾਬ ਦੀ ਨਿਗਰਾਨੀ ਲਈ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਬਹੁਤ ਹੀ ਮੰਦਭਾਗੀ ਗੱਲ ਹੈ ਔਰ ਲੱਗਦਾ ਹੈ ਕਿ ਸਰਕਾਰ ਬਿਲਕੁਲ ਆਪਣਾ ਤਵਾਜ਼ਨ ਗਵਾ ਚੁੱਕੀ ਹੈ। ਜੀ, ਅਧਿਆਪਕ ਦੀ ਸਮਾਜ ਦੇ ਵਿੱਚ ਇੱਕ ਬਹੁਤ ਹੀ ਇੱਜ਼ਤ ਤੇ ਸਨਮਾਨ ਵਾਲੀ ਜਗ੍ਹਾ। ਜੀ, ਬੱਚਿਆਂ ਦੇ ਮਨ ਦੇ ਵਿੱਚ ਅਧਿਆਪਕ ਦਾ ਇੱਕ ਅਲੱਗ ਤਰ੍ਹਾਂ ਦਾ ਆਪਣਾ ਅਸਰ ਹੁੰਦਾ, ਬਿਲਕੁਲ ਇੱਕ ਪ੍ਰਭਾਵ ਹੁੰਦਾ। ਇਹੋ ਜਿਹੀਆਂ ਡਿਊਟੀਆਂ ਅਧਿਆਪਕਾਂ ਦੇ ਜ਼ਿੰਮੇ ਲਾਉਣੀਆਂ ਕਦੀ ਕੋਈ ਸੋਚ ਵੀ ਨਹੀਂ ਸਕਦਾ। ਤੁਸੀਂ ਖੁਦ ਸਿੱਖਿਆ ਮੰਤਰੀ ਰਹੇ ਹੋ, ਇਹ ਅਧਿਆਪਕਾਂ ਦੇ ਨਾਲ ਬਹੁਤ ਨੇੜੇ ਦਾ ਰਿਸ਼ਤਾ ਤੁਸੀਂ ਦੇਖਦੇ ਹੋ। ਅਧਿਆਪਕ ਤਾਂ ਪੜ੍ਹਾਉਣ ਲਈ ਹੁੰਦੇ ਨੇ, ਜੇ ਉਹ ਇਹਨਾਂ ਦਿਨਾਂ ਦੇ ਫ੍ਰੀ ਨੇ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਰਕਾਰ ਉਹਨਾਂ ਤੋਂ ਸ਼ਰਾਬ ਦੀ ਨਿਗਰਾਨੀ ਵੀ ਕਰਵਾ ਲਵੇ। ਨਹੀਂ, ਕਿਸੇ ਵੀ ਤਰੀਕੇ ਜਿਹੜੀ ਹੈ ਗਿਆ ਇਹਨੂੰ ਵਾਜਬ ਨਹੀਂ ਕਰਾਇਆ ਜਾ ਸਕਦਾ। ਤੁਰੰਤ ਐਕਸ਼ਨ ਵੀ ਹੋਣਾ ਚਾਹੀਦਾ। ਜਿੰਨੇ ਆਰਡਰ ਕੀਤੇ ਆ ਜਿਸ ਵੀ ਅਫਸਰ ਨੇ ਜੀ ਉਹਦੇ ਤੇ ਇਸ ਗੱਲ ਦਾ ਐਕਸ਼ਨ ਵੀ ਹੋਣਾ ਚਾਹੀਦਾ। ਅਕਾਲੀ ਦਲ ਵਿਰੋਧ ਕਰਦਾ ਇਸ ਦਾ 100%। ਇਹ ਕੋਈ ਹੈ ਹੀ ਨਹੀਂ, ਹਰ ਇੱਕ ਨੂੰ ਵਿਰੋਧ ਕਰਨਾ ਚਾਹੀਦਾ। ਜੀ, ਤੁਹਾਡੇ ਯਾਦ ਹੋਣਾ ਪਿਛਲੇ ਦਿਨੀ ਮੁਕਤਸਰ ਸਾਹਿਬ ਦੇ ਵਿੱਚ ਮੁਨਿਆਦੀ ਕਹਿ ਦਿੱਤੀ ਗਈ ਸੀ ਕਿ ਕਰਾ ਦਿੱਤੀ ਜਾਵੇ ਧਾਰਮਿਕ ਸਥਾਨਾਂ ਤੋਂ। ਉਹ ਵੀ ਮੈਂ ਕਹਿ ਰਿਹਾ ਨਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਬਿਲਕੁਲ ਹੀ ਆਪਣੀ ਤਵਾਜ਼ਨ ਖੋ ਚੁੱਕੀ ਹੈ। ਪਤਾ ਹੀ ਨਹੀਂ ਵੀ ਕੀ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਜੀ, ਚਲੋ ਬਹੁਤ ਧੰਨਵਾਦ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਡੇ ਨਾਲ ਜੁੜਨ ਲਈ। ਅਕਾਲੀ ਦਲ ਦੇ ਬੁਲਾਰੇ ਸਾਬਕਾ ਸਿੱਖਿਆ ਮੰਤਰੀ ਦੇ ਵੱਲੋਂ ਵੀ ਇਹ ਵਿਰੋਧ ਕੀਤਾ ਗਿਆ ਹੈ ਕਿ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ, ਕਿ ਜਿਸ ਢੰਗ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਹੁਣ ਅਧਿਆਪਕਾਂ ਦੀਆਂ ਡਿਊਟੀਆਂ ਨੇ ਉਹ ਲਾ ਦਿੱਤੀਆਂ ਗਈਆਂ ਨੇ, ਕਿ ਸਰਕਾਰ ਜਿਹੜੀ ਹੈ ਉਹ ਅਧਿਆਪਕਾਂ ਦੀਆਂ ਡਿਊਟੀਆਂ ਇਸ ਕੰਮ ਲਈ ਲਾ ਰਹੀ ਹੈ ਕਿ ਉਹ ਸ਼ਰਾਬ ਦੀ ਨਿਗਰਾਨੀ ਕਰਨਗੇ। ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਆਰਡਰਸ ਜਿਹੜੇ ਨੇ ਉਹ ਕੀ ਨੇ, ਕਿਉਂਕਿ ਸਾਡੇ ਕੋਲ ਜਿਹੜੀ ਕਾਪੀ ਹੈ ਉਸ ਇਹਨਾਂ ਆਰਡਰਸ ਦੀ ਜਿਹੜੀ ਹੈ ਜਾਰੀ ਕੀਤੀ ਗਈ ਆ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਇਹ ਦਫ਼ਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਵੱਲੋਂ ਇਹ ਆਰਡਰ ਜਾਰੀ ਕੀਤੇ ਗਏ ਨੇ। ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਕਿ ਜਿਹੜੇ ਅਧਿਆਪਕ ਨੇ ਇਹਨਾਂ ਦੇ ਵਿੱਚ ਉਹਨਾਂ ਦੇ ਮੋਬਾਈਲ ਨੰਬਰ ਨੇ, ਕਿਉਂਕਿ ਉਹਨਾਂ ਨੂੰ ਡਿਊਟੀ ਮੈਜਿਸਟ੍ਰੇਟ ਲਾਇਆ ਗਿਆ ਕਿ ਕੀ ਉਹ ਇਸ ਤਰ੍ਹਾਂ ਦੀ ਡਿਊਟੀ ਜਿਹੜੀ ਆ ਉਹ ਕਰਨਗੇ। ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਵੀ ਸੰਪਰਕ ਕਰਨ ਦੀ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਇਸ ਤਰ੍ਹਾਂ ਦੇ ਫੈਸਲੇ ਕਿਉਂ ਲਏ ਜਾ ਰਹੇ ਨੇ, ਗੁਰੂ ਦਾ ਦਰਜਾ ਮਿਲਦਾ ਹੈ ਅਧਿਆਪਕ ਨੂੰ, ਕਿ ਅਧਿਆਪਕ ਜਿਹੜਾ ਚੇਲਾ ਹੈ ਉਹ ਚੇਲੇ ਤੇ ਗੁਰੂ ਦਾ ਦਰਜਾ ਹੁੰਦਾ ਹੈ, ਕਿ ਅਧਿਆਪਕ ਤੇ ਵਿਦਿਆਰਥੀ ਦਾ, ਤੇ ਤੁਸੀਂ ਉਸੇ ਗੁਰੂ ਤੋਂ ਹੁਣ ਸ਼ਰਾਬ ਦੀ ਨਿਗਰਾਨੀ ਕਰਾ ਰਹੇ ਹੋ। ਮੈਂ 2-3 ਨੰਬਰ ਜਿਹੜੇ ਨੇ ਉਹ ਕੋਸ਼ਿਸ਼ ਕਰਦਾ ਅਧਿਆਪਕਾਂ ਦੇ ਨਾਲ ਜਿਨ੍ਹਾਂ ਦੀ ਇੱਥੇ ਡਿਊਟੀ ਲਾਈ ਗਈ ਹੈ ਕਿ ਉਹ ਕੀ ਕਹਿ ਰਹੇ ਨੇ, ਕਿਉਂਕਿ ਉਹਨਾਂ ਤੱਕ ਇਹ ਆਰਡਰ ਜਿਹੜੇ ਨੇ ਉਹ ਪਹੁੰਚੇ ਨੇ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਧਿਆਪਕ ਜਿਹੜੇ ਨੇ ਉਹ ਡਿਊਟੀ ਕਰਨਗੇ ਸ਼ਰਾਬ ਦੀ ਨਿਗਰਾਨੀ ਦੀ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਸੋ ਜਿਸ ਢੰਗ ਦੇ ਨਾਲ ਲਗਾਤਾਰ ਜਿਹੜੇ ਲੋਕ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ, ਪੋਲੀਟੀਕਲ ਪਾਰਟੀਆਂ ਵੀ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਕਿ ਸਰਕਾਰ ਦਾ ਇਹ ਫੈਸਲਾ ਬਿਲਕੁਲ ਗਲਤ ਫੈਸਲਾ ਹੈ ਕਿ ਅਧਿਆਪਕਾਂ ਤੋਂ ਇਸ ਤਰ੍ਹਾਂ ਦੀ ਡਿਊਟੀ ਨਹੀਂ ਕਰਵਾਈ ਜਾ ਸਕਦੀ। ਸੋ ਜਿਸ ਢੰਗ ਦੇ ਨਾਲ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ, ਕਿਹਨਾਂ ਹਾਲਾਤਾਂ ਦੇ ਵਿੱਚ ਕਿਉਂ ਇਹ ਫੈਸਲਾ ਲਿਆ ਗਿਆ, ਕੀ ਹੁਣ ਅਧਿਆਪਕ ਸ਼ਰਾਬ
ਦੀ ਨਿਗਰਾਨੀ ਕਰਨਗੇ। ਜੇ ਅਧਿਆਪਕਾਂ ਨੂੰ ਤਨਖਾਹ ਦਿੰਦੀ ਹੈ ਸਰਕਾਰ ਤਾਂ ਇਹਦਾ ਮਤਲਬ ਇਹ ਹੈ ਕਿ ਕੋਈ ਵੀ ਡਿਊਟੀ ਕਰਵਾ ਲਈ ਜਾਵੇ। ਸਤਨਾਮ ਸਿੰਘ ਜੀ, ਡੇਲੀ ਪੋਸਟ ਪੰਜਾਬੀ ਤੋਂ ਗੱਲ ਕਰ ਰਹੇ ਹਾਂ। ਔਨ ਏਅਰ ਹੋ ਤੁਸੀਂ, ਤੁਹਾਡਾ ਨਾਮ ਅਸੀਂ ਉਸ ਲਿਸਟ ਦੇ ਵਿੱਚ ਦੇਖਿਆ ਹੈ ਜਿਸ ਦੇ ਵਿੱਚ ਅਧਿਆਪਕਾਂ ਤੋਂ ਸ਼ਰਾਬ ਦੀ ਨਿਗਰਾਨੀ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕੀ ਕੁਝ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਡਿਊਟੀ ਕਰੋਗੇ ਤੁਸੀਂ? ਉਹ ਨਹੀਂ ਸਰ, ਇਹ ਤੇ ਮੈਂ ਤਾਂ ਮੀਟ ਸ਼ਰਾਬ ਆਂਦੇ ਨੂੰ ਕਦੀ ਹੱਥ ਨਹੀਂ ਲਾਇਆ ਤੇ ਇਹਨਾਂ ਤੇ ਬਦਬਦੀ ਲਾਤੀ ਆ ਜੀ। ਇਹ ਗਲਤ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਡਿਊਟੀ ਨਹੀਂ ਹੋਣੀ ਚਾਹੀਦੀ ਅਧਿਆਪਕਾਂ ਦੀ? ਕੀ ਲੱਗਦਾ ਤੁਹਾਨੂੰ? ਬਿਲਕੁਲ ਨਹੀਂ ਹੋਣੀ ਚਾਹੀਦੀ ਜੀ। ਪ੍ਰੋਟੈਸਟ ਕਰ ਰਹੇ ਨੇ ਅਧਿਆਪਕ? ਜੀ ਵੇਖੋ, ਉਹਦੇ ਚ 2 ਅਧਿਆਪਕ ਲਾਏ ਆ ਤੇ 5-6 ਬਾਕੀ ਮੁਲਾਜ਼ਮ ਲਾਏ ਆ ਜਿਹੜੇ ਐਕਸਾਈਜ਼ ਟੈਕਸ ਦਿੰਦੇ ਆ ਜੀ। ਤੇ ਉਹ ਕੰਮ ਜਿਹੜਾ ਸਾਡੇ ਕੋਲ ਕਰਾਉਣਾ ਉਹੀ 5-6 ਜਣੇ ਕਰ ਸਕਦੇ ਆ। ਸਾਨੂੰ ਨਾਲ ਕਿਉਂ ਫਾਇਲ ਆਇਆ? ਸਾਡੇ ਕੋਲ ਤੇ ਸਕੂਲਾਂ ਦਾ ਕੰਮ ਨਹੀਂ ਮੁੱਕਣ ਡਿਆ। ਤੁਸੀਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਕੰਮ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ, ਕਿਸੇ ਸ਼ਰਾਬ ਦੇ ਠੇਕੇ ਦੇ ਨਾਲ ਸੰਬੰਧਿਤ, ਸ਼ਰਾਬ ਨਾਲ ਸੰਬੰਧਿਤ? ਉਹ ਸਰ, ਮੈਂ ਤਾਂ ਤੁਹਾਨੂੰ ਕਿਹਾ ਵਾ, ਮੀਟ ਸ਼ਰਾਬ ਆਂਦੇ ਨੂੰ ਜ਼ਿੰਦਗੀ 'ਚ ਹੱਥ ਨਹੀਂ ਲਾਇਆ ਜੀ। ਟੱਚ ਨਹੀਂ ਕੀਤੀ ਤੇ ਸ਼ਰਾਬ ਤੇ ਮੈਨੂੰ ਪਤਾ ਨਹੀਂ ਸ਼ਰਾਬ ਹੁੰਦੀ ਕੀ ਹੈ। ਮੈਂ ਕਦੀ ਸ਼ਰਾਬ ਪੀਣ ਵਾਲੇ ਲਾਗੇ ਨਹੀਂ ਬੈਠਾ ਕਦੀ। ਤੁਹਾਨੂੰ ਭਰੋਸੇ 'ਚ ਲਿਆ ਗਿਆ ਕਿ ਤੁਹਾਨੂੰ ਇਹ ਡਿਊਟੀ ਦਿੱਤੀ ਜਾ ਰਹੀ ਹੈ, ਕੀ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ, ਜਾਂ ਇਸ ਤਰ੍ਹਾਂ ਹੀ ਆਰਡਰ ਆ ਗਏ ਸਿੱਧੇ? ਨਹੀਂ ਸਰ, ਸਾਨੂੰ ਭਰੋਸੇ 'ਚ ਨਹੀਂ ਲਿਆ ਗਿਆ। ਡਿਊਟੀ ਲਾਈ ਗਈ ਆ, ਜਿਹੜੀ ਡਿਊਟੀ ਉਹਨੂੰ ਅਸੀਂ ਇਗਨੋਰ ਤੇ ਕਰ ਨਹੀਂ ਸਕਦੇ ਜੀ। ਉਹ ਸਾਡੀ ਮਜਬੂਰੀ ਬਣਾਤੀ ਨਾ, ਵੀ ਕਿਉਂਕਿ ਸਰਕਾਰ ਦੇ ਹੱਥ ਆ ਵੀ ਉਹ ਉਸੇ ਵੇਲੇ ਸਾਨੂੰ ਕਾਰਨ ਦਾ ਨੋਟਿਸ ਭੇਜ ਦਿੰਦੇ ਆ। ਜ਼ਿਲ੍ਹਾ ਸਿੱਖਿਆ ਅਫਸਰ ਦੇ ਵੱਲੋਂ ਵੀ ਇਹ ਨੋਟਿਸ ਕਿਹਾ ਗਿਆ ਕਿ ਅਣਗਹਿਲੀ ਕਰੋਗੇ ਤਾਂ ਕਾਰਵਾਈ ਹੋਊਗੀ। ਹੁਣ ਯੂਨੀਅਨਾਂ ਕੀ ਕਹਿ ਰਹੀਆਂ ਨੇ ਤੁਹਾਡੀਆਂ? ਸਰ, ਯੂਨੀਅਨਾਂ ਤੇ ਵਿਰੋਧ ਕਰ ਰਹੀਆਂ ਜੀ ਸਾਰੀਆਂ। ਜੀ 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 ਚਲੋ, ਬਹੁਤ ਧੰਨਵਾਦ ਸਤਨਾਮ ਸਿੰਘ ਜੀ। ਸੋ ਤੁਸੀਂ ਸੁਣਿਆ ਇੱਕ ਅਧਿਆਪਕ ਜਿਹੜੇ ਇਸ ਦੇ ਵਿੱਚ ਸਤਨਾਮ ਸਿੰਘ ਨਾਲ ਗੱਲਬਾਤ ਅਸੀਂ ਕੀਤੀ ਹੈ, ਉਹ ਕਹਿ ਰਹੇ ਕਿ ਸਾਡੀ ਮਜਬੂਰੀ ਹੈ ਕਿ ਅਸੀਂ ਸਰਕਾਰੀ ਨੌਕਰੀ ਕਰਦੇ ਹਾਂ ਤੇ ਜੇਕਰ ਨਹੀਂ ਸਾਨੂੰ ਡਿਊਟੀ ਅਸੀਂ ਕਰਾਂਗੇ ਤਾਂ ਸਾਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਜਾਂਦਾ ਹੈ। ਪਰ ਉਹਨਾਂ ਨੇ ਨਾਲ ਇੱਕ ਇਹ ਗੱਲ ਵੀ ਕਹੀ ਹੈ ਕਿ ਉਹ ਸ਼ਰਾਬ ਦਾ ਸੇਵਨ ਵੀ ਨਹੀਂ ਕਰਦੇ ਤੇ ਅੰਡਾ ਮੀਟ ਸ਼ਰਾਬ ਦੇ ਬਿਲਕੁਲ ਕਦੇ ਨੇੜੇ ਵੀ ਨਹੀਂ ਜਾਂਦੇ, ਤਾਂ ਇਹ ਡਿਊਟੀ ਉਹ ਕਿਵੇਂ ਕਰਨਗੇ? ਇਹ ਵੱਡਾ ਸਵਾਲ ਜਿਹੜਾ ਉਹ ਪੈਦਾ ਹੋਇਆ ਹੈ। ਸੋ ਜਿਹੜੇ ਇਹ ਅਧਿਆਪਕ ਨੇ ਜਿਨ੍ਹਾਂ ਦੀ ਡਿਊਟੀ ਜਿਹੜੀ ਹੈ ਉਹ ਲਾਈ ਗਈ ਹੈ ਸ਼ਰਾਬ ਦੀ ਨਿਗਰਾਨੀ ਦੇ ਵਿੱਚ, ਕਿ ਹੁਣ ਪੰਜਾਬ ਦੇ ਵਿੱਚ ਅਧਿਆਪਕ ਜਿਹੜੇ ਨੇ ਉਹ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਨਾਲ ਡਿਊਟੀ ਕਰਨਗੇ ਸ਼ਰਾਬ ਦੀ ਨਿਗਰਾਨੀ ਦੀ। ਕੀ ਸਪਲਾਈ ਜਿਹੜੀ ਹੈ ਸ਼ਰਾਬ ਦੀ ਉਹ ਸਹੀ ਹੋ ਰਹੀ ਹੈ? ਕੋਸ਼ਿਸ਼ ਕਰਦੇ ਹਾਂ ਕਿ ਅਧਿਆਪਕਾਂ ਨਾਲ ਵੀ ਗੱਲ ਕੀਤੀ ਜਾਵੇ, ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਗੱਲ ਕੀਤੀ ਜਾਵੇ, ਕਿਉਂਕਿ ਕਿ ਕੀ ਕਹਿਣਾ ਹੈ ਉਹਨਾਂ ਦਾ, ਕਿ ਕਿਸ ਢੰਗ ਦੇ ਨਾਲ ਜਿਹੜੀ ਇਹ ਸ਼ਰਾਬ ਦੀ ਨਿਗਰਾਨੀ ਹੈ ਕਿ ਹੁਣ ਅਧਿਆਪਕਾਂ ਤੋਂ ਕਰਵਾਈ ਜਾਵੇਗੀ। ਕਿਉਂਕਿ ਬਕਾਇਦਾ ਤੌਰ ਤੇ ਜਿਹੜੇ ਆਰਡਰਸ ਨੇ ਉਹ ਜਾਰੀ ਹੋਏ ਨੇ, ਅਤੇ ਇਹ ਆਰਡਰਸ ਕਿਉਂ ਜਾਰੀ ਹੋਏ, ਡਿਪਟੀ ਕਮਿਸ਼ਨਰ ਦੇ ਵੱਲੋਂ ਕਿਸ ਦੇ ਹੁਕਮਾਂ ਤੇ ਇਹ ਆਰਡਰ ਜਾਰੀ ਕੀਤੇ ਗਏ, ਜਾਂ ਫਿਰ ਉਹਨਾਂ ਦਾ ਫੈਸਲਾ ਇਹ ਨਿੱਜੀ ਤੌਰ ਤੇ ਆਪਣਾ ਫੈਸਲਾ ਹੈ? ਕੀ ਇਹ ਆਰਡਰਸ ਇਸੇ ਤਰ੍ਹਾਂ ਬਰਕਰਾਰ ਰਹਿਣਗੇ ਜਾਂ ਇਹ ਆਰਡਰ ਵਾਪਸ ਲਏ ਜਾਣਗੇ? ਇਹ ਵੱਡੇ ਸਵਾਲ ਜਿਹੜੇ ਨੇ ਉਹ ਇਸ ਵੇਲੇ ਖੜੇ ਹੋ ਗਏ ਨੇ। ਆਪੋਜੀਸ਼ਨ ਪਾਰਟੀਆਂ ਵਿਰੋਧ ਕਰ ਰਹੀਆਂ ਨੇ, ਅਧਿਆਪਕ ਯੂਨੀਅਨਾਂ ਇਸ ਦਾ ਵਿਰੋਧ ਕਰ ਰਹੀਆਂ ਨੇ, ਪਰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਆਰਡਰਸ ਜਿਹੜੇ ਜਾਰੀ ਕੀਤੇ ਗਏ ਨੇ ਕਿ ਹੁਣ ਅਧਿਆਪਕ ਜਿਹੜੇ ਨੇ ਉਹ ਸਰਕਾਰ ਦੇ ਵਿੱਚ ਸਰਕਾਰੀ ਡਿਊਟੀ ਦੇ ਨਾਲ ਅਧਿਆਪਕ ਦੀ ਡਿਊਟੀ ਦੇ ਨਾਲ ਸ਼ਰਾਬ ਦੀ ਨਿਗਰਾਨੀ ਵੀ ਕਰਨਗੇ। ਸੋ ਜਿਸ ਢੰਗ ਦੇ ਨਾਲ ਤੁਹਾਨੂੰ ਅਸੀਂ ਖਬਰ ਲਗਾਤਾਰ ਦਿਖਾ ਰਹੇ ਹਾਂ ਕਿ ਕੀ ਇਹ ਫੈਸਲਾ ਸਰਕਾਰ ਦਾ ਸਹੀ ਫੈਸਲਾ ਹੈ ਜਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸ਼ਾਇਦ ਅਸੀਂ ਇਸ ਤਰ੍ਹਾਂ ਦਾ ਫੈਸਲਾ ਪਹਿਲਾਂ ਕਦੇ ਨਹੀਂ ਸੁਣਿਆ ਹੈਗਾ ਕਿ ਕੋਈ ਜਿਹੜਾ ਅਧਿਆਪਕ ਹੈ ਉਹ ਸ਼ਰਾਬ ਦੀ ਨਿਗਰਾਨੀ ਦੇ ਵਿੱਚ ਵੀ, ਹਾਂ ਵੋਟਾਂ ਪਾਉਂਦੇ ਅਧਿਆਪਕ ਦੇਖੇ ਨੇ, ਵੋਟਾਂ ਬਣਾਉਂਦੇ ਅਧਿਆਪਕ ਦੇਖੇ ਨੇ, ਵੋਟਾਂ ਦੇ ਵਿੱਚ ਡਿਊਟੀਆਂ ਲੱਗਦੀਆਂ ਨੇ, ਚੋਣ ਪ੍ਰਕਿਰਿਆ ਦੇ ਵਿੱਚ ਡਿਊਟੀ ਲੱਗਦੀ ਹੈ ਅਤੇ ਕਈ ਵਾਰ ਮਰਦਮਸ਼ੁਮਾਰੀ ਦੇ ਵਿੱਚ ਡਿਊਟੀ ਲੱਗਦੀ ਹੈ, ਪਰ ਇਸ ਤਰ੍ਹਾਂ ਦੀ ਡਿਊਟੀ ਕਿ ਸ਼ਰਾਬ ਦੀ ਨਿਗਰਾਨੀ ਕਰਨੀ ਹੈ, ਸ਼ਰਾਬ ਦੀ ਸਪਲਾਈ ਕਿਸ ਤਰ੍ਹਾਂ ਦੀ ਹੈ, ਇਸ ਤਰ੍ਹਾਂ ਦੀ ਡਿਊਟੀ ਕਰਨੀ ਹੈ। ਅਸੀਂ ਡੇਲੀ ਪੋਸਟ ਪੰਜਾਬੀ ਤੋਂ ਗੱਲ ਕਰ ਰਹੇ ਹਾਂ। ਤੁਹਾਡਾ ਨੰਬਰ ਅਸੀਂ ਉਸ ਲਿਸਟ ਦੇ ਵਿੱਚੋਂ ਲਿਆ ਜਿੱਥੇ ਡਿਊਟੀ ਲਾਈ ਗਈ ਹੈ ਅਧਿਆਪਕਾਂ ਦੀ ਕਿ ਨਿਗਰਾਨੀ ਕਰਨਗੇ ਸ਼ਰਾਬ ਦੇ ਸਪਲਾਈ ਦੀ। ਕੀ ਤੁਸੀਂ ਉਹ ਡਿਊਟੀ, ਤੁਹਾਡੇ ਕੋਲ ਵੀ ਆਰਡਰ ਪਹੁੰਚੇ ਹੋਣੇ, ਰਾਜੀਵ ਜੀ ਬੋਲ ਰਹੇ ਹੋ, ਕੀ ਤੁਸੀਂ ਉਹ ਡਿਊਟੀ ਕਰੋਗੇ? ਹਾਂਜੀ, ਕੀ ਤੁਸੀਂ ਉਹ ਡਿਊਟੀ ਕਰ ਰਹੇ ਹੋ ਜਾਂ ਕਰੋਗੇ? ਨਹੀਂ ਸਰ, ਅੱਜ ਸ਼ੁਰੂ ਹੋਣੀ ਹੈ ਜੀ। ਕੀ ਆਰਡਰਸ ਨੇ ਤੁਹਾਨੂੰ, ਕੀ ਆਰਡਰਸ ਮਿਲੇ ਨੇ ਰਾਜੀਵ ਜੀ? ਆਰਡਰ ਸਰ ਇਹੋ ਹੀ ਉੱਥੇ ਰਾਤ 10 ਤੋਂ 6 ਤੱਕ ਸਵੇਰੇ ਡਿਊਟੀ ਹੈ। ਅੱਛਾ ਜੀ, ਕੀ ਕੁਝ ਕਰਨਾ ਤੁਸੀਂ ਉਸ ਦੇ ਵਿੱਚ? ਅਲਕੋਹਲ ਦਾ ਖਿਆਲ ਰੱਖਣਾ, ਕਿੰਨੀ ਆਈ ਤੇ ਕਿੰਨੀ ਯੂਜ਼ ਹੋਈ ਤੇ ਕਿੰਨੀ ਰਹਿ ਗਈ। ਅੱਛਾ, ਅਧਿਆਪਕਾਂ ਦੀ ਇਹ ਡਿਊਟੀ ਲਾਈ ਗਈ ਹੈ ਕਿ ਕਿੰਨੀ ਅਲਕੋਹਲ ਆਈ ਹੈ। ਇਹ ਸ਼ਰਾਬ ਦੇ ਠੇਕਿਆਂ ਦੇ ਪਤਾ ਕਰੋਗੇ, ਕਿੱਥੇ ਪਤਾ ਕਰਨਾ ਤੁਸੀਂ ਇਸ ਕੁਝ? ਸਰ ਸਾਨੂੰ ਆਪ ਕੁਛ ਨਹੀਂ ਪਤਾ ਜੀ, ਅਸੀਂ ਤੇ ਸਾਡਾ ਡਿਪਾਰਟਮੈਂਟ ਹੈ ਹੀ ਨਹੀਂ, ਸਾਨੂੰ ਪਤਾ ਹੀ ਨਹੀਂ। ਐਜੂਕੇਸ਼ਨ ਡਿਪਾਰਟਮੈਂਟ ਜੋ ਆਪ ਖੁਦ ਸੈਕਸ਼ਨ 5 ਪਏ ਆ, ਕੀ ਕਰਾਂਗੇ, ਸਾਨੂੰ ਪਤਾ ਹੀ ਕੁਛ ਨਹੀਂ। ਤੁਹਾਨੂੰ ਲੱਗਦਾ ਕਿ ਅਧਿਆਪਕਾਂ ਦੀ ਡਿਊਟੀ ਹੈ, ਕਿਉਂਕਿ ਅਸੀਂ ਵੋਟਾਂ ਬਣਾਉਂਦੇ ਬਹੁਤ ਦੇਖਿਆ ਅਧਿਆਪਕਾਂ ਨੂੰ, ਜਾਂ ਵੋਟਾਂ ਦੇ ਵਿੱਚ ਚੋਣ ਡਿਊਟੀ, VOTING ਅਮਲੇ ਦੇ ਵਿੱਚ ਡਿਊਟੀ ਜਾਂ ਮਰਦਮਸ਼ੁਮਾਰੀ, ਪਰ ਆਹ ਡਿਊਟੀ ਪਹਿਲੀ ਵਾਰ ਦੇਖ ਰਹੇ ਹਾਂ ਅਸੀਂ ਕਿ ਸ਼ਰਾਬ ਦੇ ਠੇਕਿਆਂ ਦੇ ਵਿੱਚ ਸ਼ਰਾਬ ਦੀ ਗਿਣਤੀ ਕਰੋਗੇ ਤੁਸੀਂ ਕਿ ਕਿੰਨੀ ਅਲਕੋਹਲ ਆ ਗਈ, ਕਿੰਨੀ ਚਲੇਗੀ, ਕਿੰਨੀ ਵਿਕ ਗਈ।
ਫਿਰ ਸਰ ਉੱਥੇ ਜਾਣਾ, ਰਾਤ ਰਹਿਣਾ, 10 ਤੋਂ 6 10 ਤੋਂ ਸਵੇਰੇ 6 ਵਜੇ ਤੱਕ ਜਾਣਾ ਰਹਿਣਾ ਬਹੁਤ ਔਖਾ। ਘਰੋਂ ਮੇਰਾ ਇੱਥੋਂ 20-25 ਕਿਲੋਮੀਟਰ ਤੇ ਪੈਂਦਾ ਜੀ। ਮੈਂ ਸਵੇਰੇ ਸ਼ਾਮੀ 7 ਵਜੇ ਚੱਲਾਂਗਾ ਤਾਂ ਹੀ ਹੈ, 10 ਵਜੇ ਥੋੜੀ ਰਾਤ ਦੀ ਡਿਊਟੀ ਤੁਹਾਡੀ ਜਾਂ ਦਿਨ ਦੀ ਡਿਊਟੀ ਹੈ? ਰਾਤ ਦੀ ਸਰ, ਕੋਈ ਰਸਤੇ ਵਿੱਚ ਪੈ ਜਾਏ ਮੈਨੂੰ ਜਾਂ ਕੁਝ ਨੁਕਸਾਨ ਹੋ ਜਾਏ ਕੌਣ ਜ਼ਿੰਮੇਵਾਰ ਹੈ? ਬਿਲਕੁਲ। ਅਧਿਆਪਕਾਂ ਨੂੰ ਪੜਾਉਂਦੇ ਕਿਹੜੇ ਕੰਮ ਲਾਤਾ ਸਰਕਾਰ ਨੇ ਤੁਹਾਨੂੰ? ਬਿਲਕੁਲ ਸਰ। ਵਿਦਿਆਰਥੀਆਂ ਨੂੰ ਪੜਾਉਂਦੇ ਕਿਹੜੇ ਕੰਮ ਲਾਤਾ? ਬਹੁਤ ਧੰਨਵਾਦ ਰਾਜੀਵ। ਸੋ ਅਧਿਆਪਕਾਂ ਦੀ ਗੱਲ ਤੁਸੀਂ ਸੁਣੀ ਹੈ, ਉਹ ਕਹਿ ਰਹੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ। ਉਹਨਾਂ ਨੂੰ ਇਹ ਡਿਊਟੀ ਲਾਈ ਗਈ ਹੈ ਕਿ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਸ਼ਰਾਬ ਕਿੰਨੀ ਆਈ ਹੈ, ਕਿੰਨੀ ਵਿਕੀ ਹੈ, ਕਿੰਨੀ ਪਈ ਹੈ। ਮਤਲਬ ਹੁਣ ਇਹ ਜਿਹੜੀ ਨਿਗਰਾਨੀ ਹੈ ਉਹ ਪੰਜਾਬ ਦੇ ਜਿਹੜੇ ਅਧਿਆਪਕ ਨੇ, ਖਾਸ ਕਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਆਰਡਰ ਹਾਲੇ ਜਾਰੀ ਹੋਏ ਨੇ। ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਰਡਰ ਇਹ ਜਾਰੀ ਹੁੰਦੇ ਨੇ, ਇਹ ਵੱਡਾ ਸਵਾਲ ਹੈ। ਕੀ ਸਰਕਾਰ ਜਿਹੜੀ ਹੈ ਉਹ ਬਿਨਾਂ ਸੋਚੇ ਸਮਝੇ ਫੈਸਲੇ ਲੈ ਰਹੀ ਹੈ ਜਾਂ ਉਹ ਆਪਣੇ ਇਸ ਫੈਸਲੇ ਨੂੰ ਸਹੀ ਫੈਸਲਾ ਮੰਨਦੀ ਹੈ? ਅਸੀਂ ਜਿਹੜੇ ਐਮਐਲਏ ਨੇ ਗੁਰਦਾਸਪੁਰ ਦੇ ਬਰਿੰਦਰਜੀਤ ਸਿੰਘ ਪਾੜਾ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜੇਕਰ ਉਹ ਸੰਪਰਕ ਉਹਨਾਂ ਨਾਲ ਹੋ ਸਕੇ, ਕਿਉਂਕਿ ਜਿਸ ਢੰਗ ਦੇ ਨਾਲ ਗੁਰਦਾਸਪੁਰ ਦੇ ਵਿੱਚ ਇਹ ਜਿਹੜਾ ਵਾਕਿਆ ਹੈ ਇਹ ਸਾਹਮਣੇ ਆਇਆ ਕਿ ਗੁਰਦਾਸਪੁਰ ਦੇ ਵਿੱਚ ਜਿਹੜੇ ਅਧਿਆਪਕ ਨੇ ਉਹ ਸ਼ਰਾਬ ਦੀ ਨਿਗਰਾਨੀ ਕਰਨਗੇ, ਕਿੰਨੀ ਸ਼ਰਾਬ ਆਈ, ਕਿੰਨੀ ਵਿਕੀ, ਕਿੰਨੀ ਗਈ। ਸੋ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਰਿੰਦਰਜੀਤ ਸਿੰਘ ਪਾੜਾ, ਜਿਹੜੇ ਗੁਰਦਾਸਪੁਰ ਤੋਂ ਵਿਧਾਇਕ ਨੇ ਤੇ ਗੁਰਦਾਸਪੁਰ ਕਿਉਂਕਿ ਕੰਸਟੀਚੁਐਂਸੀ ਹੈ, ਸਾਂਸਦ ਸਨੀ ਦਿਓਲ ਨੇ ਉੱਥੋਂ। ਨੰਬਰ ਲਗਾਤਾਰ ਬਿਜ਼ੀ ਆ ਰਿਹਾ ਹੈ, ਪਰ ਅਸੀਂ ਪੁੱਛਾਂਗੇ, ਸਵਾਲ ਜ਼ਰੂਰ ਪੁੱਛਾਂਗੇ ਕਿ ਸਰਕਾਰ ਦਾ ਇਹ ਫੈਸਲਾ ਸਹੀ ਫੈਸਲਾ ਹੈ ਜਾਂ ਬਰਿੰਦਰਜੀਤ ਸਿੰਘ ਪਾੜਾ ਜਿਹੜੇ ਨੇ ਉਹ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਨੇ। ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਹੁਣ ਅਧਿਆਪਕਾਂ ਨਾਲ ਜਿਹੜੀ ਤੁਹਾਡੇ ਸਾਹਮਣੇ ਸਾਡੀ ਗੱਲ ਹੋਈ ਆ, ਉਹ ਕਹਿੰਦੇ ਕਿ ਅਸੀਂ ਤਾਂ ਕਦੇ ਇਸ ਤਰ੍ਹਾਂ ਦੀ ਡਿਊਟੀ ਕੀਤੀ ਨਹੀਂ ਹੈਗੀ ਤੇ ਸਾਨੂੰ ਹੁਣ ਇਹ ਡਿਊਟੀ ਕਹੀ ਜਾ ਰਹੀ ਹੈ ਕਿ ਤੁਸੀਂ ਨਿਗਰਾਨੀ ਕਰਨੀ ਹੈ, ਕਿ ਤੁਸੀਂ ਨਿਗਰਾਨੀ ਕਰੋ ਕਿ ਕਿੰਨੀ ਸ਼ਰਾਬ ਵਿਕ ਗਈ, ਕਿੰਨੀ ਆ ਗਈ। ਨੰਬਰ ਮਿਲ ਗਿਆ, ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ, ਜੇਕਰ ਪਾੜਾ ਸਾਹਿਬ ਫੋਨ ਚੱਕਦੇ ਨੇ ਤਾਂ। ਸਵਾਲ ਇਹੀ ਹੈ ਕਿ ਕੀ ਇਹ ਸਰਕਾਰ ਦਾ ਜਿਹੜਾ ਫੈਸਲਾ ਹੈ, ਕੀ ਇਹ ਸਹੀ ਫੈਸਲਾ ਹੈ ਜਾਂ ਇਹ ਗਲਤ ਫੈਸਲਾ ਹੈ? ਕੀ ਕੁਝ ਇਸ ਦੇ ਵਿੱਚ ਸਰਕਾਰ ਕਰ ਰਹੀ ਹੈ, ਡਿਪਟੀ ਕਮਿਸ਼ਨਰ ਦੇ ਵੱਲੋਂ ਹੁਕਮ ਦਿੱਤੇ ਗਏ ਨੇ, ਜਾਂ ਇਹ ਕਿਸ ਦਾ ਇਹ ਸਲਾਹ ਜਾਂ ਮਸ਼ਵਰਾ ਕਿਸ ਦੇ ਵੱਲੋਂ ਦਿੱਤਾ ਗਿਆ ਸੀਗਾ ਇਸ ਤਰ੍ਹਾਂ ਦਾ ਕਿ ਜੇ ਅਧਿਆਪਕ ਫ੍ਰੀ ਨੇ ਤਾਂ ਉਹਨਾਂ ਤੋਂ ਇਹ ਡਿਊਟੀ ਕਰਵਾ ਲਈ ਜਾਵੇ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਆਦੇਸ਼ ਦਿੱਤੇ ਨੇ ਕਿ ਸ਼ਰਾਬ ਦੀ ਜਿਹੜੀ ਹੈ ਉਹ ਬਰਿੰਦਰਜੀਤ ਸਿੰਘ ਪਾੜਾ ਨੇ ਫੋਨ ਅਟੈਂਡ ਨਹੀਂ ਕੀਤਾ ਹੈਗਾ, ਹੋ ਸਕਦਾ ਬਿਜ਼ੀ ਹੋ ਸਕਦੇ ਨੇ। ਪਰ ਸਵਾਲ ਇਹੀ ਹੈ ਕਿ ਕੀ ਸਰਕਾਰ ਦੇ ਇਹ ਫੈਸਲੇ ਜਿਹੜੇ ਨੇ ਉਹ ਸਹੀ ਨੇ ਜਾਂ ਜਿਸ ਢੰਗ ਦੇ ਨਾਲ ਅਧਿਆਪਕਾਂ ਤੋਂ ਜਿਹੜੀ ਡਿਊਟੀ ਕਰਵਾਈ ਜਾ ਰਹੀ ਹੈ ਕਿ ਤੁਸੀਂ ਨਿਗਰਾਨੀ ਕਰੋ ਕਿ ਕਿਹੜੇ ਜਿਹੜੇ ਠੇਕੇ ਨੇ ਉਸ 'ਤੇ ਕਿੰਨੀ ਸ਼ਰਾਬ ਆਈ, ਕਿੰਨੀ ਵਿਕ ਗਈ ਤੇ ਕਿੰਨੀ ਹੁਣ ਬਾਕੀ ਹੈ ਉੱਥੇ। ਇਹ ਹੁਣ ਗਿਣਤੀ ਮਿਣਤੀ ਜਿਹੜੀ ਹੈ ਉਹ ਅਧਿਆਪਕਾਂ ਨੇ ਕਰਨੀ ਹੈ। ਡੈਮੋਕ੍ਰੈਟਿਕ ਟੀਚਰਸ ਫਰੰਟ ਇਸ ਦਾ ਵਿਰੋਧ ਕਰ ਰਿਹਾ ਹੈ। ਲਗਾਤਾਰ ਤੁਹਾਨੂੰ ਅਸੀਂ ਇਹ ਖਬਰ ਦਿਖਾ ਰਹੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਆਰਡਰ ਜਾਰੀ ਕੀਤੇ ਗਏ ਨੇ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਇਸ ਫੈਸਲੇ ਜਾਂ ਇਸ ਡਿਊਟੀ ਨੂੰ ਨਹੀਂ ਕਰਦੇ, ਕੋਈ ਕੋਤਾਹੀ ਵਰਤਦੇ ਨੇ, ਕੋਈ ਅਣਗਹਿਲੀ ਵਰਤਦੇ ਨੇ, ਸਮੇਂ ਸਿਰ ਡਿਊਟੀ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ। ਇਹ ਜਿਹੜੇ ਅਧਿਆਪਕ ਨੇ ਉਹਨਾਂ ਦੇ ਵਿੱਚ ਇਹ ਡਿਊਟੀ ਜਿਹੜੀ ਉਹਨਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਤੌਰ 'ਤੇ ਇੱਥੇ ਲਾਇਆ ਗਿਆ ਹੈ ਕਿ ਤੁਸੀਂ ਡਿਊਟੀ ਮੈਜਿਸਟ੍ਰੇਟ ਦੇ ਤੌਰ 'ਤੇ ਡਿਊਟੀ ਕਰੋਗੇ ਅਤੇ ਬਾਕੀ ਉਹਨਾਂ ਦੇ ਨਾਲ ਕੁਝ ਹੋਰ ਲੋਕ ਅਟੈਚ ਕੀਤੇ ਗਏ ਨੇ, ਉਹ ਐਕਸਾਈਜ਼ ਡਿਪਾਰਟਮੈਂਟ ਦੇ ਹੀ ਨੇ। ਅਤੇ ਟਾਈਮਿੰਗ ਜਿਹੜੀ ਹੈ ਉਹ ਡਿਊਟੀ ਦੀ ਕਿਸੇ ਦੀ ਸਵੇਰੇ 6 ਤੋਂ 2 ਹੈ, ਕਿਸੇ ਦੀ 2 ਤੋਂ 10 ਹੈ ਅਤੇ ਕਿਸੇ ਦੀ ਰਾਤ ਨੂੰ 10 ਵਜੇ ਤੋਂ 6 ਵਜੇ ਤੱਕ ਹੈ। 3 ਸ਼ਿਫਟਾਂ ਦੇ ਵਿੱਚ ਇਹਨਾਂ ਅਧਿਆਪਕਾਂ ਨੇ ਡਿਊਟੀ ਕਰਨੀ ਹੈ, ਸਵੇਰੇ 6 ਤੋਂ 2 ਵਜੇ ਤੱਕ, ਦਿਨੇ ਦੁਪਹਿਰੇ 2 ਤੋਂ 10 ਵਜੇ ਤੱਕ ਅਤੇ ਰਾਤ ਨੂੰ 10 ਤੋਂ 6 ਵਜੇ ਤੱਕ ਵੀ ਡਿਊਟੀ ਹੈ ਕੁਝ ਅਧਿਆਪਕਾਂ ਦੀ। ਸੋ ਇਹ ਅਧਿਆਪਕ ਜਿਹੜੇ ਨੇ ਆਪਣੇ ਆਪ ਨੂੰ ਹੁਣ ਫਸਿਆ ਹੋਇਆ ਮਹਿਸੂਸ ਕਰ ਰਹੇ ਨੇ। ਜੇ ਉਹ ਡਿਊਟੀ ਕਰਦੇ ਨੇ ਤਾਂ ਔਖੇ ਹੋ ਕੇ ਡਿਊਟੀ ਕਰ ਰਹੇ ਨੇ, ਕਦੇ ਡਿਊਟੀ ਇਸ ਤਰ੍ਹਾਂ ਦੀ ਸ਼ਰਾਬ ਵਾਲੀ ਡਿਊਟੀ ਉਹਨਾਂ ਨੇ ਕੀਤੀ ਨਹੀਂ। ਜੇ ਉਹ ਡਿਊਟੀ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਜਿਹੜੀ ਹੈ ਉਹ ਪ੍ਰਸ਼ਾਸਨ ਕਹਿ ਰਿਹਾ ਹੈ। ਸੋ ਅਧਿਆਪਕਾਂ ਤੋਂ ਸ਼ਰਾਬ ਦੀ ਗਿਣਤੀ ਮਿਣਤੀ ਕਰਾਉਣਾ, ਸ਼ਰਾਬ ਦੀ ਡਿਊਟੀ ਕਰਾਉਣਾ, ਇਹ ਕਿੱਥੇ ਤੱਕ ਜਾਇਜ਼ ਹੈਗਾ ਹੈ, ਕਿੱਥੇ ਤੱਕ ਸਹੀ ਹੈਗਾ ਹੈ, ਇਹ ਜਿਹੜਾ ਵੱਡਾ ਸਵਾਲ ਇਸ ਵੇਲੇ ਬਣਿਆ ਹੋਇਆ ਹੈ। ਜਿਸ ਢੰਗ ਦੇ ਨਾਲ ਲੋਕ ਹੇਠਾਂ ਕਮੈਂਟ ਕਰਕੇ ਕਹਿ ਰਹੇ ਨੇ ਕਿ ਕੁਝ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ, ਆਪੋ ਆਪਣੇ ਵਿਚਾਰ ਨੇ ਕਿ ਕਿਸ ਢੰਗ ਦੇ ਨਾਲ ਸਰਕਾਰ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ। ਟੀਚਰ ਇਹ ਕੰਮ ਕਿਉਂ ਕਰਨਗੇ, ਹੇਠਾਂ ਇਹ ਵੀ ਕਮੈਂਟ ਆ ਰਹੇ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕੁਝ ਅਧਿਆਪਕ ਆਗੂ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ
ਕਿ ਉਹਨਾਂ ਦਾ ਇਸ ਸੰਬੰਧੀ ਕੀ ਕੁਝ ਕਹਿਣਾ ਹੈ, ਜੇਕਰ ਉਹਨਾਂ ਤੱਕ ਇਹ ਖਬਰ ਪਹੁੰਚ ਗਈ ਹੋਵੇ, ਕਿਉਂਕਿ ਜਿਸ ਢੰਗ ਦੇ ਨਾਲ ਇਹ ਅਧਿਆਪਕਾਂ ਦੀ ਡਿਊਟੀ ਲਾਈ ਗਈ ਹੈ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਕਿ ਅਧਿਆਪਕ ਜਿਹੜੇ ਨੇ ਉਹ ਇਹ ਡਿਊਟੀ ਕਰਨਗੇ ਕਿ ਸ਼ਰਾਬ ਦੀ ਨਿਗਰਾਨੀ ਜਿਹੜੀ ਹੈ ਉਹ ਅਧਿਆਪਕਾਂ ਦੇ ਵੱਲੋਂ ਕੀਤੀ ਜਾਵੇਗੀ। ਸੋ ਲਗਾਤਾਰ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਅਧਿਆਪਕਾਂ ਦੀ ਡਿਊਟੀ ਲਾਈ ਗਈ ਸ਼ਰਾਬ ਦੀ ਨਿਗਰਾਨੀ ਦੇ ਵਿੱਚ, ਕਿਉਂਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਸ਼ਰਾਬ ਦੀ ਜਿਹੜੀ ਹੈ ਉਹ ਤਸਕਰੀ ਰੋਕੀ ਜਾਵੇ। ਸਾਡੇ ਨਾਲ ਮਾਸਟਰ ਤਰਲੋਚਨ ਸਿੰਘ ਨੇ। ਮਾਸਟਰ ਜੀ, ਤੁਸੀਂ ਔਨ ਏਅਰ ਹੋ ਡੇਲੀ ਪੋਸਟ ਪੰਜਾਬੀ ਤੇ ਇੱਕ ਫੈਸਲਾ ਆਇਆ ਹੈ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਕਿ ਸ਼ਰਾਬ ਦੀ ਜਿਹੜੀ ਨਿਗਰਾਨੀ ਹੈ ਹੁਣ ਉਹ ਅਧਿਆਪਕ ਕਰਨਗੇ, ਕਿਉਂਕਿ ਅਧਿਆਪਕ ਇਹਨੇ ਦਿਨੀ ਫ੍ਰੀ ਨੇ, ਸਕੂਲ ਬੰਦ ਨੇ। ਤੁਹਾਡਾ ਕੀ ਕਹਿਣਾ ਹੈ ਇਸ ਤੇ? ਕੀ ਅਧਿਆਪਕਾਂ ਦੀ ਇਸ ਤਰ੍ਹਾਂ ਦੀ ਡਿਊਟੀ ਲਈ ਜਾ ਸਕਦੀ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਜਿਹੜੇ ਅਧਿਆਪਕ ਨੇ ਹੁਣ ਉਹ ਇਹ ਨਿਗਰਾਨੀ ਕਰਨਗੇ ਕਿ ਸ਼ਰਾਬ ਕਿੰਨੀ ਆਈ, ਕਿੰਨੀ ਵਿਕੀ ਤੇ ਕਿੰਨੀ ਬਾਕੀ ਹੈ? ਕੀ ਕਹਿਣਾ ਚਾਹੁੰਦੇ ਹੋ? ਫਸਟ ਰਿਐਕਸ਼ਨ ਕੀ ਹੈ ਮਾਸਟਰ ਜੀ? ਦੇਖੋ, ਇਮੀਡੀਏਟ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਬਹੁਤ ਹੀ ਪਛਤਾਨਾ ਫੈਸਲਾ ਹੈ ਜੀ। ਪਹਿਲਾਂ ਵੀ ਅਧਿਆਪਕ ਨੂੰ ਪੰਜਵਾਂ ਟਾਇਰੇ ਸਮਝਿਆ ਹੋਇਆ ਇਹਨਾਂ ਨੇ ਜੀ। ਜਿੱਥੇ ਕਿਤੇ ਵੀ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਨੇ ਜਿਹੜੇ ਪ੍ਰਸ਼ਾਸਨ ਦੇ ਬਹੁਤ ਜ਼ਿੰਮੇਵਾਰਾਨਾ ਕੰਮ ਨੇ, ਹੈਨਾ ਜੀ, ਉੱਥੇ ਉਹਨਾਂ ਵਿਭਾਗਾਂ ਨੂੰ ਕਰਨੀ ਚਾਹੀਦਾ, ਨਾ ਕਿ ਅਧਿਆਪਕਾਂ ਨੂੰ। ਵੈਸੇ ਵੀ ਅਧਿਆਪਕ ਤੋਂ ਤੁਸੀਂ ਸ਼ਰਾਬ ਦੀ ਨਿਗਰਾਨੀ ਕਰਾ ਰਹੇ ਹੋ, ਹੈਨਾ ਜੀ, ਵੈਸੇ ਮੈਨੂੰ ਲੱਗਦਾ ਕਿਸੇ ਤਰੀਕੇ ਨਾਲ ਜੁੜਦਾ ਨਹੀਂ ਹੈ ਜੀ। ਸਾਡੀ ਅਧਿਆਪਕਾਂ ਨਾਲ ਵੀ ਗੱਲ ਹੋਈ ਹੈ ਤਰਲੋਚਨ ਸਿੰਘ ਜੀ, ਸਾਡੀ DTF ਦੇ ਪ੍ਰਧਾਨ ਪੂਨੀਆ ਸਾਹਿਬ ਨਾਲ ਵੀ ਗੱਲ ਹੋਈ, ਉਹਨਾਂ ਨੇ ਵਿਰੋਧ ਕੀਤਾ। ਗੁਰਦਾਸਪੁਰ ਦੇ ਅਧਿਆਪਕ ਕਹਿ ਰਹੇ ਨੇ ਉਹ ਵੀ ਪ੍ਰੋਟੈਸਟ ਕਰਾਂਗੇ। ਪਰ ਵੱਡੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਆਰਡਰ ਦੁਬਾਰਾ ਦੱਸ ਦਿੰਦਾ ਇੱਕ ਵਾਰੀ। ਡਿਪਟੀ ਕਮਿਸ਼ਨਰ ਦੇ ਵੱਲੋਂ ਆਰਡਰ ਜਾਰੀ ਕੀਤੇ ਗਏ, ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਵੱਖਰੇ ਤੌਰ ਤੇ ਤਾਇਦ ਕੀਤਾ ਗਿਆ ਕਿ ਜੇ ਅਧਿਆਪਕ ਨਹੀਂ ਡਿਊਟੀ ਕਰਨਗੇ ਤਾਂ ਕਾਰਵਾਈ ਹੋਵੇਗੀ। ਡਿਊਟੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਕਿ ਸਵੇਰੇ 6 ਤੋਂ 2, 2 ਤੋਂ 10 ਤੇ ਰਾਤ ਨੂੰ 10 ਤੋਂ 6 ਹੈ। ਕਰਨਾ ਕੀ ਹੈ ਕਿ ਠੇਕੇ ਤੇ ਜਿਹੜੇ ਕੋਟਾ ਆਉਂਦਾ ਹੈ ਉਹਦਾ ਧਿਆਨ ਰੱਖਣਾ ਕਿ ਕਿੰਨਾ ਸ਼ਰਾਬ ਆਈ, ਕਿੰਨੀ ਵਿਕੀ, ਕਿੰਨੀ ਬਾਕੀ ਹੈ, ਤੇ ਐਕਸਾਈਜ਼ ਡਿਪਾਰਟਮੈਂਟ ਦਾ ਕੰਮ ਅਧਿਆਪਕਾਂ ਦੇ ਜ਼ਿੰਮੇ ਪਾਇਆ ਜਾ ਰਿਹਾ। ਨਹੀਂ, ਵੈਸੇ ਮੈਨੂੰ ਲੱਗਦਾ ਕਿ DC ਸਾਹਿਬ ਨੂੰ ਮੈਂ ਕਹਿ ਤਾਂ ਕੁਝ ਨਹੀਂ ਸਕਦਾ ਜੀ ਜੀ, ਘੱਟੋ ਘੱਟ IAS ਅਫਸਰ ਹੋਣਗੇ। ਬਿਲਕੁਲ। ਇਹ ਕੋਈ ਅਕਲ ਵਾਲੀ ਗੱਲ ਨਹੀਂ ਮੈਨੂੰ ਜੀ, ਜੋ ਸਿੱਧਾ ਸਮਝ ਆਉਂਦਾ। ਦੂਜੀ ਗੱਲ ਹੈ ਕਿ ਜਥੇਬੰਦੀਆਂ ਨੇ ਵਿਰੋਧ ਕੀਤਾ, ਇਹ ਚੰਗੀ ਗੱਲ ਹੈ ਜੀ, ਪਰ ਮੈਨੂੰ ਲੱਗਦਾ ਆਮ ਬੰਦਾ ਵੀ ਕਹੂਗਾ ਬਿਲਕੁਲ ਕਿ ਤੁਸੀਂ ਜਿਹੜੇ ਕੰਮ ਲੈਣੇ ਨੇ ਅਧਿਆਪਕਾਂ ਤੋਂ ਉਹ ਲੈਂਦੇ ਰਹੋ, ਤੇ ਐਂ ਤਾਂ ਨਹੀਂ ਹੁੰਦਾ ਵੀ ਜੇ ਤੁਸੀਂ ਹੁਣ ਲੋਕਡਾਊਨ ਕਰਤਾ ਹੈ ਹੈਨਾ ਜੀ, ਜੋ ਮਰਜ਼ੀ ਐਕਸ਼ਨ ਲਿਆ ਜਾਊਗਾ ਜੀ। ਮਤਲਬ ਅਸੀਂ ਗੱਲ ਕਰ ਰਹੇ ਸੀ ਮਾਸਟਰ ਜੀ ਕਿ ਜਿਸ ਢੰਗ ਦੇ ਨਾਲ ਅਧਿਆਪਕਾਂ ਦੀ ਵੋਟਾਂ ਦੇ ਵਿੱਚ ਡਿਊਟੀ ਲੱਗਦੀ ਦੇਖੀ ਅਸੀਂ, ਮਰਦਮਸ਼ੁਮਾਰੀ ਦੇ ਵਿੱਚ ਵੀ ਲੱਗਦੀ ਹੈ, ਹੋਰ ਬਹੁਤ ਨਾਨ ਟੀਚਿੰਗ ਕੰਮਾਂ ਦੇ ਵਿੱਚ ਲੱਗਦੀ ਹੈ, ਪਰ ਸ਼ਰਾਬ ਦੇ ਵਿੱਚ ਡਿਊਟੀ ਪਹਿਲੀ ਵਾਰ ਲੱਗਦੀ ਹੈ ਸ਼ਾਇਦ। ਨਹੀਂ, ਮੈਂ ਗੱਲ ਕਹੂੰਗਾ ਕਿ ਕ੍ਰਿਸ਼ਨ ਕੁਮਾਰ ਜੀ ਨੇ ਸਾਡੇ ਐਜੂਕੇਸ਼ਨ ਸੈਕਟਰੀ ਸਾਹਿਬ ਜੀ, ਉਹ ਕਿਸੇ ਸਮੇਂ ਬਹੁਤ ਜ਼ੋਰ ਆ ਪਿਆ ਸੀ ਅਧਿਆਪਕ ਤੋਂ ਹੋਰ ਕੋਈ ਡਿਊਟੀ ਨਹੀਂ ਲਈ ਜਾਵੇਗੀ ਜੀ, ਹੈਨਾ। ਮੈਨੂੰ ਲੱਗਦਾ ਇਹ DC ਸਾਹਿਬ ਜਾਂ ਕੋਈ ਵੀ ਹੈਨਾ ਜੇ ਆਰਡਰ ਕਰਦੇ ਨੇ ਤਾਂ ਵਿਭਾਗ ਦੇ ਮੁਖੀ ਨੂੰ, ਜਿਹੜਾ ਸੈਕਟਰੀ ਹੈ, ਜਿਹਨੇ ਇਹ ਐਲਾਨ ਕੀਤਾ ਹੈ ਕਿ ਇਹਨਾਂ ਨੂੰ ਐਜੂਕੇਸ਼ਨ ਤੋਂ ਬਿਨਾਂ ਹੋਰ ਕੋਈ ਡਿਊਟੀ ਨਹੀਂ ਲਾਈ ਜਾਊਗੀ, ਬਿਲਕੁਲ ਪਹਿਲੀ ਗੱਲ ਉਹਨੂੰ ਵਿਰੋਧ ਕਰਨਾ ਚਾਹੀਦਾ। ਉਹ ਕਿੱਥੇ ਨੇ ਜੀ? ਕ੍ਰਿਸ਼ਨ ਕੁਮਾਰ ਹੋਰੀ ਵੀ ਹਰੇਕ ਗੱਲ ਇਹ ਡਾਂਗ ਨਾਲ ਥੋੜੋ ਕੰਮ ਹੁੰਦੇ ਜੀ 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 ਹੈਨਾ ਜੀ। ਐਕਸ਼ਨ ਲਿਆ ਜਾਊਗਾ, ਕ੍ਰਿਸ਼ਨ ਕੁਮਾਰ ਵੀ ਕਹਿੰਦੇ ਨੇ ਐਕਸ਼ਨ ਲਿਆ ਜਾਊਗਾ, ਹੁਣ ਐਕਸ਼ਨ ਕਿੱਥੇ ਗਾ ਕ੍ਰਿਸ਼ਨ ਕੁਮਾਰ ਹੋਰ? ਬਿਲਕੁਲ ਵੱਡਾ ਸਵਾਲ ਇਹੀ ਹੈ। ਬਹੁਤ ਧੰਨਵਾਦ ਮਾਸਟਰ ਤਰਲੋਚਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਕੀ ਸੈਕਟਰੀ ਐਜੂਕੇਸ਼ਨ ਨੂੰ ਇਸ ਦੇ ਵਿੱਚ ਉਹਨਾਂ ਤੋਂ ਪੁੱਛਿਆ ਗਿਆ, ਉਹਨਾਂ ਤੋਂ ਗੱਲਬਾਤ ਕੀਤੀ ਗਈ ਕਿ ਅਸੀਂ ਤੁਹਾਡੇ ਅਧਿਆਪਕਾਂ ਦੀ ਡਿਊਟੀ ਲਾਉਣ ਲੱਗੇ ਹਾਂ, ਤੁਹਾਡੇ ਡਿਪਾਰਟਮੈਂਟ ਵਾਲਿਆਂ ਦੀ ਡਿਊਟੀ ਲਾਉਣ ਲੱਗੇ ਹਾਂ, ਕੀ ਅਸੀਂ ਲਾ ਸਕਦੇ ਹਾਂ? ਬਿਲਕੁਲ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ। ਡਿਪਟੀ ਕਮਿਸ਼ਨਰ ਆਰਡਰ ਕਰਦੇ ਨੇ, ਜ਼ਿਲ੍ਹਾ ਸਿੱਖਿਆ ਅਫਸਰ ਅੱਗੇ ਆਰਡਰ ਕਰ ਦਿੰਦੇ ਨੇ, ਅਧਿਆਪਕਾਂ ਦੀ ਡਿਊਟੀ ਲੱਗ ਜਾਂਦੀ ਹੈ। ਅਧਿਆਪਕ ਹੁਣ ਕਹਿ ਰਹੇ ਨੇ ਕਿ ਅਸੀਂ ਸ਼ਰਾਬ ਦੀ ਡਿਊਟੀ ਕਿਵੇਂ ਕਰਾਂਗੇ? ਵਿਦਿਆਰਥੀਆਂ ਨੂੰ ਪੜ੍ਹਾਉਂਦੇ ਅਧਿਆਪਕ ਹੁਣ ਸ਼ਰਾਬ ਦੀਆਂ ਬੋਤਲਾਂ ਗਿਣਨਗੇ। ਸਵਾਲ ਵੱਡਾ ਇਹੀ ਹੈ। ਵਰਿੰਦਰਜੀਤ ਸਿੰਘ ਪਾੜਾ ਹੋਰਾਂ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ, ਪਰ ਫੋਨ ਉਹਨਾਂ ਦੇ ਵੱਲੋਂ ਅਟੈਂਡ ਹਾਲੇ ਨਹੀਂ ਕੀਤਾ ਜਾ ਰਿਹਾ। ਸੋ ਜਿਸ ਢੰਗ ਦੇ ਨਾਲ ਕਾਂਗਰਸ ਪਾਰਟੀ ਤੇ ਵੀ ਸਵਾਲ ਨੇ, ਪੰਜਾਬ ਸਰਕਾਰ ਤੇ ਵੀ ਸਵਾਲ ਨੇ, ਕੀ ਇਹ ਫੈਸਲਾ ਜਿਹੜਾ ਸਹੀ ਫੈਸਲਾ ਹੈ? ਕੀ ਇਹ ਫੈਸਲਾ ਲੈਣਾ ਚਾਹੀਦਾ ਸੀ? ਜਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਜੋ ਪੰਜਾਬ ਸਰਕਾਰ ਜਾਂ ਡਿਪਟੀ ਕਮਿਸ਼ਨਰ ਦੇ ਵੱਲੋਂ ਗੁਰਦਾਸਪੁਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਸਹੀ ਫੈਸਲਾ ਹੈ? ਇਹੀ ਸਵਾਲ ਹੈ ਕਿ ਕੀ ਵਿਦਿਆਰਥੀਆਂ ਦੇ ਮਨ ਦੇ ਵਿੱਚ ਕੀ ਜਾਊਗਾ ਜਦੋਂ ਉਹੀ ਅਧਿਆਪਕ ਸ਼ਰਾਬ ਦੇ ਠੇਕੇ ਤੇ ਨਜ਼ਰ ਆਉਣਗੇ
ਤੇ ਉਹੀ ਅਧਿਆਪਕ ਸਕੂਲਾਂ ਦੇ ਵਿੱਚ ਨਜ਼ਰ ਆਉਣਗੇ ਤਾਂ ਵਿਦਿਆਰਥੀ ਜਿਹੜੇ ਨੇ ਉਹ ਕਿਸ ਢੰਗ ਨਾਲ ਸੋਚਣਗੇ ਕਿ ਸਾਡੇ ਅਧਿਆਪਕ ਹੁਣ ਸ਼ਰਾਬ ਦੇ ਠੇਕਿਆਂ ਤੇ ਡਿਊਟੀ ਕਰ ਰਹੇ ਨੇ ਅਤੇ ਉਹੀ ਅਧਿਆਪਕ ਕੱਲ੍ਹ ਨੂੰ ਉਹ ਪੜ੍ਹਾਉਣਗੇ ਕਿ ਸ਼ਰਾਬ ਜਿਹੜੀ ਆ ਉਹ ਬੁਰੀ ਚੀਜ਼ ਹੈ, ਸ਼ਰਾਬ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਹੈਗੀ। ਪਰ ਪੰਜਾਬ ਸਰਕਾਰ ਦਾ ਇਸ ਵੇਲੇ ਲੱਗਦਾ ਇਹੀ ਹੈ ਕਿ ਸਭ ਤੋਂ ਵੱਧ ਜ਼ੋਰ ਜਿਹੜਾ ਹੈ ਉਹ ਸ਼ਰਾਬ ਨੂੰ ਲੈ ਕੇ ਲੱਗਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਆਪਸ ਦੇ ਵਿੱਚ ਮੁੱਖ ਸਕੱਤਰ ਅਤੇ ਮੰਤਰੀਆਂ ਦੀ ਲੜਾਈ ਜਿਹੜੀ ਆ ਉਹ ਇਹੀ ਸੀਗੀ ਕਿ ਸ਼ਰਾਬ ਦੀ ਜਿਹੜਾ ਮਾਲੀਆ ਉਹ ਘਟ ਗਿਆ ਹੈ। ਸੋ ਇਹ ਲਗਾਤਾਰ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ, ਤੁਸੀਂ ਵੀ ਜ਼ਰੂਰ ਸੋਚੋ ਇਸ ਫੈਸਲੇ ਤੇ ਕਿ ਪੰਜਾਬ ਸਰਕਾਰ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਉਹ ਸਹੀ ਫੈਸਲਾ ਹੈ ਕਿ ਅਧਿਆਪਕਾਂ ਤੋਂ ਇਹ ਡਿਊਟੀ ਕਰਵਾਉਣੀ ਚਾਹੀਦੀ ਹੈ ਜਾਂ ਅਧਿਆਪਕਾਂ ਨੂੰ ਡਿਊਟੀ ਕਰਨੀ ਚਾਹੀਦੀ ਹੈ। ਵੱਡਾ ਸਵਾਲ ਇਹੀ ਹੈ। ਫਿਲਹਾਲ ਇਸ ਪੇਸ਼ਕਸ਼ ਇੰਨਾ ਹੀ। ਤਮਾਮ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਦਿੱਲੀ